ਏਕ ਓੰਕਾਰਾ सतगुरु ये प्रसाद सच होए। वाहिगुरु जी की फतेह है। बेगन बनासन सोए। वाहिगुरु जी की फतेह है। बेगन बनासन सोए। जुग जुग अटल चबर छतर तख्त दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕੋ ਗਾਵੇ ਕੋ ਸੁਣੇ, ਹਰਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਜੀਵ ਕਰਕੇ ਗਾ ਲਵੇ, ਕੋਈ ਕੰਨਾਂ ਕਰਕੇ ਮਨ ਕਰਕੇ ਸੁਣ ਲਵੇ, ਦੋਹਾਂ ਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ। ਅਨੇਕਾਂ ਢੰਗ ਤਰੀਕੇ ਮਹਾਂਪੁਰਸ਼ਾਂ ਨੇ ਦੁਨੀਆ ਨੂੰ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਦੁਨੀਆ ਨੂੰ ਦੱਸਣੇ ਕੀਤੇ ਹਨ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹਨਾਂ ਦੇ ਜੀਵਨ ਮਾਰਗ ਦੇ ਵਿੱਚ ਚੱਲਦਿਆਂ ਹੋਇਆਂ ਉਹਨਾਂ ਦੇ ਤਜਰਬੇ ਵਿੱਚੋਂ ਕੋਈ ਨਾ ਕੋਈ ਉਹਨਾਂ ਦੀ ਰਹਿਮਤ ਦਾ ਬਖਸ਼ ਸਦਕਾ ਪ੍ਰਾਪਤ ਕੀਤੀ, ਉਹ ਵੀ ਗੁਰਮੁਖ ਪਿਆਰੇ ਉਸ ਮੰਜ਼ਿਲ ਤੱਕ ਪਹੁੰਚ ਗਏ। ਗੱਲ ਤਾਂ ਜੀਵ ਦੀ ਹੈ। ਜੀਵ ਨੇ ਪਰਮੇਸ਼ਰ ਤੱਕ ਪਹੁੰਚਣਾ ਹੈ। ਕਿਸ ਤਰ੍ਹਾਂ ਪਹੁੰਚਣਾ ਹੈ, ਕਿਸ ਤਰ੍ਹਾਂ ਟੁੱਟਾ ਕਿਸ ਤਰ੍ਹਾਂ ਹੈ, ਇਹ ਸਾਰੀਆਂ ਵਿਚਾਰਧਾਰਾ ਧਾਰਮਿਕ ਗ੍ਰੰਥਾਂ ਵਿੱਚ, ਵੇਦਾਂ ਸ਼ਾਸਤਰਾਂ ਵਿੱਚ, ਪੁਰਾਣਾਂ ਵਿੱਚ ਕੇਵਲ ਜੀਵ ਨੂੰ ਸਮਝਾਉਣ ਵਾਸਤੇ ਹੀ ਸਾਰਾ ਗਿਆਨ ਲਿਖਿਆ ਹੈ। ਬਹੁਤ ਸਾਰੇ ਲੋਕ ਵੇਦਾਂ ਦਾ ਗਿਆਨ ਲੈ ਕੇ ਆਪਣੀ ਮੰਜ਼ਿਲ ਤੈਅ ਕਰ ਗਏ। ਜਿਨ੍ਹਾਂ ਨੂੰ ਨਹੀਂ ਸਮਝ ਲੱਗੀ ਉਹ ਇਸ ਸਮਝ ਤੋਂ ਹੀਣੇ ਰਹਿ ਗਏ। ਉਹਨਾਂ ਨੂੰ ਅਗਲੇ ਯੁੱਗ 'ਤੇ ਸਮਾਂ ਪ੍ਰਾਪਤ ਹੋਇਆ। ਅਵਤਾਰਾਂ ਦੀ ਬਦਲੀ ਹੋ ਗਈ। ਸਮੇਂ ਦੇ ਅਵਤਾਰਾਂ ਨੇ ਆਪਣੇ ਸਮੇਂ ਮੁਤਾਬਕ ਪਰਮੇਸ਼ਰ ਦੇ ਨਾਮ ਦਾ ਵੀ ਬਦਲੀ ਕੀਤੀ ਹੈ। ਉਹਦੇ ਤੋਂ ਬਾਅਦ ਜੱਗਾਂ ਦਾ ਸਮਾਂ ਆਇਆ। ਜੱਗ ਕਰਦੇ ਸਨ, ਵੇਦਾਂ ਦੇ ਮੰਤਰ ਪੜ੍ਹਦੇ ਸਨ। ਉਹਨਾਂ ਵਿੱਚ ਵੀ ਪ੍ਰਾਪਤੀ ਹੋ ਜਾਂਦੀ ਸੀ। ਰਾਜਾ ਬਲ ਵਰਗਿਆਂ ਨੂੰ ਜੱਗਾਂ ਦੀ ਪ੍ਰਾਪਤੀ ਵਿੱਚੋਂ ਪ੍ਰਾਪਤੀ ਹੋਈ। ਬਹੁਤ ਸਾਰੇ ਗੁਰਮੁਖ ਅਵਤਾਰਾਂ ਦੀ ਸੇਧ ਲੈ ਕੇ ਅੱਜ ਤੱਕ ਵੀ ਚੱਲ ਰਹੇ ਹਨ। ਸਾਰਿਆਂ ਤੋਂ ਬਾਅਦ, ਵੇਦਾਂ ਤੋਂ ਬਾਅਦ, ਪੁਰਾਣਾਂ ਤੋਂ ਬਾਅਦ ਸਮੇਂ ਅਨੁਸਾਰ ਅਵਤਾਰ ਬਦਲਦੇ ਰਹੇ। ਅਵਤਾਰਾਂ ਦਾ ਗਿਆਨ ਤਾਂ ਨਹੀਂ ਬਦਲਿਆ, ਪਰ ਉਸ ਗਿਆਨ ਦੇ ਮੁਤਾਬਕ ਭਾਸ਼ਾ ਬਦਲਦੀ ਰਹੀ। ਆਪਣੀ ਆਪਣੀ ਭਾਸ਼ਾ ਦੇ ਵਿੱਚ ਅਵਤਾਰਾਂ ਨੇ ਗਿਆਨ ਆਪਣੇ ਜਗਿਆਸੂਆਂ ਨੂੰ ਬਖਸ਼ਿਆ। ਚੌਥਾ ਯੁੱਗ ਆਇਆ। ਚੌਥੇ ਯੁੱਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਵਡਿਆਈ ਨਿਰੰਕਾਰ ਜੀ ਵੱਲੋਂ ਦਿੱਤੀ ਗਈ। ਉਹਨਾਂ ਨੇ ਬਹੁਤ ਵੱਡਾ ਇੱਕ ਪਰਉਪਕਾਰ ਕੀਤਾ ਸੰਸਾਰ ਦੇ ਲੋਕਾਂ 'ਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਜੋ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ ਤੱਤ ਗਿਆਨ ਨਿਕਲਿਆ, ਉਹ ਸੰਸਾਰ ਦੇ ਲੋਕਾਂ ਨੂੰ ਬਖਸ਼ਿਆ। ਉਹ ਤਾਂ ਗਿਆਨ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦਾ, 5 ਪਾਤਸ਼ਾਹੀਆਂ ਤੋਂ ਇੱਕ 9ਵੀਂ ਪਾਤਸ਼ਾਹੀ ਜੀ, ਉਹਨਾਂ ਦੀ ਪਵਿੱਤਰ ਬਾਣੀ ਜੋ ਅੰਦਰੋਂ ਤੱਤ ਗਿਆਨ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ। ਜਾਂ ਜਿਨ੍ਹਾਂ ਭਗਤਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਜਿਸ ਤਰੀਕੇ ਨਾਲ ਪ੍ਰਾਪਤੀ ਹੋਈ, ਜੋ ਉਹਨਾਂ ਨੂੰ ਮੰਜ਼ਿਲ ਤੈਅ ਕਰਦਿਆਂ ਰੁਕਾਵਟ ਰਾਹ ਵਿੱਚ ਆਈ, ਉਹਨਾਂ ਨੇ ਉਹ ਸਾਰੇ ਮਾਰਗ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ। ਸਾਰਿਆਂ ਧਰਮਾਂ ਨੂੰ ਜਗ੍ਹਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕੋਈ ਵਿਤਕਰਾ ਨਹੀਂ ਹੈ।
ਚਾਰੇ ਵਰਨ ਬ੍ਰਾਹਮਣ ਖੱਤਰੀ ਸੂਦ ਬੈਸ, ਇਹਦੇ ਵਿੱਚ ਉਪਦੇਸ਼ ਦਾ ਕੋਈ ਫਰਕ ਨਹੀਂ ਹੈ। ਜਿਹੜਾ ਵੀ ਕੋਈ ਕਿਸੇ ਵੀ ਮਤ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਇਸ ਗਿਆਨ ਨੂੰ ਲੈ ਕੇ ਉੱਥੇ ਪਹੁੰਚ ਸਕਦਾ ਹੈ। ਬ੍ਰਹਮ ਦੀ ਪੜ੍ਹਾਈ ਹੈ। ਬ੍ਰਹਮ ਦੀ ਪੜ੍ਹਾਈ ਕੋਈ ਚੂੜਾ ਪੜ੍ਹ ਸਕਦਾ ਹੈ, ਕੋਈ ਬ੍ਰਾਹਮਣ ਵੀ ਪੜ੍ਹ ਸਕਦਾ ਹੈ। ਪੜ੍ਹਾਈ ਪੜ੍ਹ ਕੇ ਉਸ ਮੰਜ਼ਿਲ 'ਤੇ ਪਹੁੰਚਣਾ ਹੈ। ਉਸ ਮੰਜ਼ਿਲ 'ਤੇ ਪਹੁੰਚ ਕੇ ਉਹਦਾ ਸਰੂਪ ਬਣ ਜਾਣਾ। ਜਿਸ ਤਰ੍ਹਾਂ ਪਹਾੜਾਂ ਵਿੱਚੋਂ ਨਦੀਆਂ ਨਾਲੇ ਨਿਕਲਦੇ ਹਨ ਔਰ ਸਮੁੰਦਰ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਹਨ। ਅਨੇਕਾਂ ਰੁਕਾਵਟਾਂ ਉਹਨਾਂ ਨੂੰ ਰਸਤੇ ਵਿੱਚ ਆਉਂਦੀਆਂ ਹਨ। ਉਹਨਾਂ ਰੁਕਾਵਟਾਂ ਨੂੰ ਦੂਰ ਕਰਕੇ ਨਦੀਆਂ ਦਿਨ ਰਾਤ ਤੁਰੀਆਂ ਰਹਿੰਦੀਆਂ ਹਨ। ਉਹ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਸਮੁੰਦਰ ਤੱਕ ਪਹੁੰਚਦੀਆਂ ਹਨ। ਉਹਨਾਂ ਦੀ ਦੌੜ ਸਮੁੰਦਰ ਤੱਕ ਹੈ। ਜਿੰਨਾ ਚਿਰ ਸਮੁੰਦਰ ਵਿੱਚ ਨਹੀਂ ਪਹੁੰਚਦੀਆਂ, ਉਹਨਾਂ ਚਿਰ ਉਹਨਾਂ ਦਾ ਨਾਮ ਰਹਿੰਦਾ ਹੈ। ਜਦੋਂ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ, ਉਹਨਾਂ ਦਾ ਨਾਮ ਖਤਮ ਹੋ ਜਾਂਦਾ। ਗੰਗਾ, ਜਮਨਾ, ਗੋਦਾਵਰੀ, ਸਰਸਤੀ ਪਵਿੱਤਰ ਨਦੀਆਂ ਨੇ। ਦਿਨ ਰਾਤ ਦੌੜ ਲੱਗੀ ਹੈ। ਜਦੋਂ ਸਮੁੰਦਰ ਵਿੱਚ ਨਦੀ ਪੈ ਜਾਂਦੀ ਹੈ, ਉਹਨੂੰ ਆਵਾਜ਼ ਮਾਰੀਏ ਗੋਦਾਵਰੀ ਬਾਹਰ ਆ ਜਾਵੇ ਜਾਂ ਗੰਗਾ ਬਾਹਰ ਆ ਜਾਵੇ, ਉਹ ਨਹੀਂ ਆਉਂਦੀਆਂ, ਉਹਦੇ ਵਿੱਚ ਸਮਾ ਜਾਂਦੀਆਂ। ਦੁੱਧ ਵਿੱਚ ਪਾਣੀ ਪਾ ਦਈਏ, ਇੱਕ ਜਾਨ ਹੋ ਜਾਂਦਾ। ਜੇ ਦੁੱਧ ਨੂੰ ਪਾਣੀ ਵਿੱਚੋਂ ਕੱਢੀਏ ਨਿਕਲਦਾ ਨਹੀਂ, ਪਾਣੀ ਦੁੱਧ ਵਿੱਚੋਂ ਕੱਢੀਏ ਤਾਂ ਨਿਕਲਦਾ ਨਹੀਂ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਪਾਣੀ ਵਿੱਚ ਪਾਣੀ ਰਲ ਗਿਆ, ਸਮੁੰਦਰਾਂ ਵਿੱਚ ਨਦੀਆਂ ਰਲ ਗਈਆਂ, ਉਹਨਾਂ ਨੂੰ ਕੋਈ ਪਹਿਚਾਣ ਨਹੀਂ ਸਕਿਆ। ਇਸੇ ਤਰ੍ਹਾਂ ਜਿੰਨਾ ਚਿਰ ਉੱਥੇ ਤੱਕ ਪਹੁੰਚਦਾ ਨਹੀਂ ਹੈ ਮਨੁੱਖ, ਉਹਦਾ ਨਾਮ ਰਹਿੰਦਾ ਹੈ। ਉਹਨੂੰ ਜੀਵ ਕਹਿੰਦੇ ਹਨ। ਜਦੋਂ ਉੱਥੇ ਤੱਕ ਜੀਵ ਪਹੁੰਚ ਜਾਂਦਾ ਹੈ, ਉਹ ਜੀਵ ਫਿਰ ਬ੍ਰਹਮ ਬਣ ਜਾਂਦਾ। ਬ੍ਰਹਮ ਬਣਨ ਤੱਕ ਕਿਹੜੀ ਮਿਹਨਤ ਕਰਨੀ ਹੈ, ਕਿੱਥੇ ਤੱਕ ਪਹੁੰਚਣਾ ਹੈ, ਕਿਹੜੀਆਂ ਗੱਲਾਂ ਸਾਨੂੰ ਔਗਣ ਛੱਡਣੇ ਹਨ ਜਾਂ ਕਿਹੜੇ ਗੁਣ ਗ੍ਰਹਿਣ ਕਰਨੇ ਹਨ, ਇਹ ਧਾਰਮਿਕ ਗ੍ਰੰਥਾਂ ਨੇ ਦਿੱਤੇ ਹਨ। ਕੇਵਲ ਅਤੇ ਕੇਵਲ ਧਾਰਮਿਕ ਪੱਖ ਵਰਦੀ ਤੱਕ ਸੀਮਿਤ ਰਹਿ ਗਿਆ। ਦੂਸਰਿਆਂ ਧਰਮਾਂ ਦੇ ਵਰਦੀ ਤੱਕ ਸੀਮਿਤ ਰਹਿ ਗਿਆ। ਵਰਦੀ ਤੱਕ ਸੀਮਿਤ ਨਹੀਂ। ਵਰਦੀ ਤਾਂ ਇੱਕ ਚਿੰਨ੍ਹ ਹੈ ਕਿਸੇ ਵੀ ਧਰਮ ਦਾ। ਵੱਖ ਵੱਖ ਧਰਮਾਂ ਦੇ ਚਿੰਨ੍ਹ ਹਨ ਵੱਖਰੇ ਵੱਖਰੇ। ਉਹ ਚਿੰਨ੍ਹਾਂ ਦੇ ਨਾਲ ਪ੍ਰਾਪਤੀ ਨਹੀਂ। ਪ੍ਰਾਪਤੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਵਚਨ ਲਿਖੇ ਹਨ, ਜਿਨ੍ਹਾਂ ਕਰਕੇ ਮਨੁੱਖ ਨੂੰ ਪ੍ਰਾਪਤੀ ਹੈ। ਜੀਵ ਕਿਉਂ ਬਣਿਆ ਹੈ? ਬ੍ਰਹਮਾ ਜੀ ਨੂੰ ਹੁਕਮ ਕੀਤਾ, ਨਿਰੰਕਾਰ ਜੀ ਨੇ ਸ੍ਰਿਸ਼ਟੀ ਸਾਜਣ ਦਾ ਹੁਕਮ ਕੀਤਾ। ਬ੍ਰਹਮਾ ਜੀ ਨੇ ਸ੍ਰਿਸ਼ਟੀ ਸਾਜ ਦਿੱਤੀ। ਸਾਜਦਿਆਂ ਸਾਜਦਿਆਂ ਜਦੋਂ ਸ੍ਰਿਸ਼ਟੀ ਵਿੱਚ ਜੀਵਾਂ ਦਾ ਵਾਧਾ ਨਾ ਹੋਇਆ, ਤਾਂ ਨਿਰੰਕਾਰ ਜੀ ਨੇ ਪੁੱਛਿਆ ਭਈ ਸ੍ਰਿਸ਼ਟੀ ਦਾ ਵਾਧਾ ਕਿਉਂ ਨਹੀਂ ਹੋਇਆ? ਬ੍ਰਹਮਾ ਜੀ ਕਹਿਣ ਲੱਗੇ, ਮਹਾਰਾਜ ਜਿਹੜਾ ਜੀਵ ਸਾਜਦੇ ਆ, ਉਹ ਜੀਵ ਤੁਹਾਨੂੰ ਤੇ ਆ ਕੇ ਤੁਹਾਨੂੰ ਆਰਾਧਨ ਕਰਕੇ ਮੁੜ ਕੇ ਤੁਹਾਡੇ ਵਿੱਚ ਲੀਨ ਹੋ ਜਾਂਦਾ। ਇਸ ਕਰਕੇ ਜਿਹਨੂੰ ਸਾਜਦੇ ਆ, ਉਹ ਤੁਹਾਡੇ ਵਿੱਚ ਮੁੜ ਕੇ ਫੇਰ ਲੀਨ ਹੋ ਜਾਂਦਾ। ਉਸ ਵੇਲੇ ਨਿਰੰਕਾਰ ਜੀ ਨੇ ਇੱਕ ਮਾਇਆ ਖਿਲਾਰੀ ਸੰਸਾਰ ਦੇ ਅੰਦਰ। ਉਹ ਮਾਇਆ ਖਿਲਾਰਨ ਦਾ ਉਹਦਾ ਪ੍ਰਭਾਵ ਦੇ ਨਾਲ ਜਿਹੜਾ ਜੀਵ ਪੈਦਾ ਹੋਇਆ, ਜਦੋਂ ਮਾਇਆ ਦੀ ਹਵਾ ਲੱਗੀ, ਵਿੱਚੋਂ ਗਰਭ ਨਿਕਲ ਆਇਆ, ਖਸਮ ਬਸਾਰ ਦੁਨੀ ਚਿਤ ਲਾਇਆ। ਜਿਹੜਾ ਜੀਵ ਬਣਾਇਆ ਉਹੀ ਭੁੱਲ ਗਿਆ, ਜਿਹੜਾ ਜੀਵ ਪੈਦਾ ਕੀਤਾ ਉਹੀ ਭੁੱਲ ਗਿਆ। ਉਹ ਭੁੱਲੇ ਹੋਏ ਜੀਵ ਨੂੰ ਸਮਝਾਉਣ ਵਾਸਤੇ ਮਹਾਤਮਾ ਲੋਕ ਦੁਨੀਆ ਵਿੱਚ ਆਏ। ਉਹਦੇ ਤੋਂ ਅੱਗੇ ਦੁਨੀਆ ਸੰਸਾਰ ਦੇ ਪਦਾਰਥਾਂ ਦਾ ਮੋਹ ਮਿੱਠਾ ਲੱਗ ਗਿਆ। ਉਹਨਾਂ ਪਦਾਰਥਾਂ ਨੂੰ ਮੁੱਖ ਰੱਖ ਕੇ ਸੰਸਾਰ ਦੇ ਲੋਕਾਂ ਦੀ ਉਸ ਨੂੰ ਇਕੱਤਰਤਾ ਕਰਨੀ ਸ਼ੁਰੂ ਕੀਤੀ। ਉਹਦੇ ਤੋਂ ਬਾਅਦ ਪਰਮੇਸ਼ਰ ਤੋਂ ਬੇਮੁਖ ਸੰਸਾਰ ਹੋਇਆ। ਉਹਦੇ ਬੇਮੁਖ ਹੋਏ ਲੋਕਾਂ ਨੂੰ ਪਰਮੇਸ਼ਰ ਦੇ ਨੇੜੇ ਕਰਨ ਵਾਸਤੇ ਉਹਦੇ ਜਿਹੜੇ ਸਹਾਇਕ ਸਨ ਨਿਰੰਕਾਰ ਦੇ, ਪਰਮੇਸ਼ਰ ਦੇ, ਉਹ ਸਾਧੂ ਜਨ ਸਨ। ਸਾਧੂ ਜਨਾਂ ਨੇ ਆ ਕੇ ਸੰਸਾਰ ਦੇ ਲੋਕਾਂ ਨੂੰ ਗਿਆਨ ਦਿੱਤਾ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਹੰਕਾਰ, ਕਉ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਜਿਹੜਾ ਜੀਵ ਇਹਨਾਂ ਗੱਲਾਂ ਤੋਂ ਉੱਤੇ ਉੱਠ ਜਾਂਦਾ, ਮੋਹ ਮਮਤਾ ਤੋਂ ਉੱਤੇ ਉੱਠ ਜਾਂਦਾ, ਲੋਭ ਮੋਹ ਹੰਕਾਰ ਦੀ ਅੰਸ਼ ਤੋਂ ਉੱਤੇ ਉੱਠ ਜਾਂਦਾ,
ਉਹ ਆਪ ਤਾਂ ਤਰਿਆ ਹੋਇਆ ਮਨੁੱਖ ਹੈ, ਸੰਸਾਰ ਦੇ ਲੋਕਾਂ ਨੂੰ ਤਾਰਨ ਦੇ ਸਮਰੱਥ ਹੈ। ਬਹੁਤ ਲੋਕ ਤੁਹਾਨੂੰ ਦਿਸਦੇ ਹੋਣਗੇ ਧਾਰਮਿਕ ਪੱਖ ਦੇ ਅੰਦਰ ਸੇਵਾ ਕਰਦੇ ਵੀ ਨਜ਼ਰੀ ਪੈਂਦੇ ਹੋਣਗੇ, ਅਤੇ ਸੇਵਾ ਕਰਦੇ ਵੀ ਨਜ਼ਰੀ ਪੈਂਦੇ ਹੋਣਗੇ, ਅਤੇ ਨਾਮ ਜਪਦੇ ਜਾਂ ਗੁਰੂ ਦਾ ਜਸ ਜਾਂ ਗੁਰੂ ਦਾ ਕੀਰਤਨ ਕਰਦੇ ਵੀ ਨਜ਼ਰੀ ਪੈਂਦੇ ਹੋਣਗੇ। ਜਿਤਨੀ ਮਰਜ਼ੀ ਦਵਾਈ ਖਾ ਲਈਏ, ਅਗਰ ਉਹਦੇ ਨਾਲ ਪਰਹੇਜ਼ ਨਾ ਰੱਖਿਆ ਤਾਂ ਮਨੁੱਖ ਦੀ ਬਿਮਾਰੀ ਕਦੀ ਦੂਰ ਹੁੰਦੀ ਨਹੀਂ। ਤਿੰਨ ਗੱਲਾਂ ਨੇ ਜਿਸ ਮਨੁੱਖ ਦੇ ਅੰਦਰ ਨੇ, ਉਹ ਮਨੁੱਖ ਭੁੱਲਿਆ ਹੋਇਆ ਹੈ। ਉਹ ਜਿੰਨਾ ਚਿਰ ਤਿੰਨ ਗੱਲਾਂ ਨੇ, ਚਾਹੇ ਕੋਈ ਸਾਧੂ ਹੈ, ਸੰਤ ਹੈ, ਚਾਹੇ ਕੋਈ ਜੀਵ ਹੈ, ਚਾਹੇ ਕੋਈ ਕੀਰਤਨੀਆ ਹੈ, ਚਾਹੇ ਕੋਈ ਕਥਾਵਾਚਕ ਹੈ, ਉਹ ਤਿੰਨ ਗੱਲਾਂ ਦੇ ਅੰਦਰ ਵਿੱਚ ਸਾਰਾ ਸੰਸਾਰ ਅਲਝਿਆ ਪਿਆ ਹੈ। ਉਹ ਤਿੰਨ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾਂ ਹੈ, ਜਿਸ ਮਨੁੱਖ ਦੇ ਅੰਦਰ ਧਨ ਦੀ ਲਾਲਸਾ ਖਤਮ ਹੋ ਜਾਂਦੀ ਹੈ। ਧਨ ਦੀ ਲਾਲਸਾ ਜੇ ਕਿਸੇ ਸਾਧੂ ਮਹਾਤਮਾ ਦੇ ਅੰਦਰ ਹੈ ਤਾਂ ਉਹ ਵੀ ਭੁੱਲਿਆ ਹੋਇਆ, ਜੇ ਕਿਤੇ ਸੰਸਾਰੀ ਜੀਵ ਦੇ ਅੰਦਰ ਹੈ ਉਹ ਵੀ ਭੁੱਲਿਆ ਹੋਇਆ, ਜੇ ਕੋਈ ਰਾਗੀ ਢਾਡੀ ਕਵੀਸ਼ਰ ਹੈ ਉਹ ਵੀ ਭੁੱਲਿਆ ਹੋਇਆ। ਭੁੱਲਿਆ ਹੋਇਆ ਮਨੁੱਖ ਦੂਸਰੇ ਨੂੰ ਰਸਤਾ ਦਿਖਾ ਨਹੀਂ ਸਕਦਾ। ਜਿਹੜਾ ਆਪ ਭੁੱਲਿਆ ਹੋਇਆ ਉਹ ਦੂਜੇ ਨੂੰ ਰਾਹ ਨਹੀਂ ਦਿਖਾ ਸਕਦਾ। ਭੁੱਲਿਆ ਹੋਇਆ ਮਨੁੱਖ ਪਹਿਲਾ ਰਸਤਾ ਹੀ ਐਸਾ ਹੈ। ਜਿਹੜਾ ਮਨੁੱਖ ਧਨ ਦੀ ਲਾਲਸਾ ਅੰਦਰ ਬਣੀ ਹੋਈ ਹੈ, ਕੋਈ ਵੀ ਹੋਵੇ, ਉਹ ਭੁੱਲਿਆ ਹੋਇਆ ਮਨੁੱਖ ਹੈ। ਦੂਜਾ ਹੈ ਜਵਾਨੀ, ਜੋਬਨ, ਸਰੀਰ ਵਧੀਆ ਹੋਵੇ। ਸਰੀਰ ਵਧੀਆ ਤਾਂ ਵੈਸੇ ਨਾਮ ਵੀ ਵਧੀਆ ਸਰੀਰ ਨਾਲੇ ਜਪਿਆ ਜਾਂਦਾ, ਪਰ ਸਰੀਰ ਵੱਲ ਨੂੰ ਦੇਖਦੇ ਰਹਿਣਾ, ਸਰੀਰ ਦੀ ਹਰ ਵੇਲੇ ਧਿਆਨ ਰੱਖਣਾ, ਅਤੇ ਦੂਜੇ ਪਾਸੇ ਤੋਂ ਮਨੁੱਖ ਦਾ ਕੁਦਰਤੀ ਗੱਲ ਹੈ ਧਿਆਨ ਹਟ ਜਾਂਦਾ। ਤੀਜੀ ਗੱਲ ਇੱਕ ਹੋਰ ਹੈ ਪ੍ਰਭਤਾ। ਪ੍ਰਭਤਾ ਸਮਾਜ ਵਿੱਚ ਮੈਨੂੰ ਮਾਣ ਵਡਿਆਈ ਦਿੱਤੀ ਕੋਈ ਦੇਵੇ, ਪਰਿਵਾਰ ਦੇਵੇ, ਰਿਸ਼ਤੇਦਾਰ ਦੇਣ, ਸਮਾਜ ਦੇਵੇ, ਦੁਨੀਆ ਦੇਵੇ, ਉਹ ਪ੍ਰਭਤਾ ਮਾਣ ਵਡਿਆਈ ਹਰੇਕ ਮਨੁੱਖ ਦੇ ਅੰਦਰ ਲਾਲਸਾ ਹੈ। ਬੜੇ ਬੜੇ ਤੁਸੀਂ ਧਾਰਮਿਕ ਪੱਖਾਂ ਦੇ, ਤੁਸੀਂ ਦਾਨੀ ਪੱਖਾਂ ਦੇ ਅੰਦਰ ਬਹੁਤ ਲੋਕਾਂ ਨੂੰ ਦੇਖਦੇ ਹੋਵੋਗੇ, ਉਹ ਫੋਟੋਆਂ ਖਿਚਾ ਕੇ ਦੁਨੀਆ ਨੂੰ ਆਪਣੀ ਪ੍ਰਭਤਾ ਦੀ ਅੰਦਰ ਲਾਲਸਾ ਬਣੀ ਹੋਈ ਹੈ। ਉਹ ਫੋਟੋ ਖਿੱਚ ਕੇ ਦਿਖਾ ਲੈਣਗੇ ਅਸੀਂ ਇਹ ਦਾਨ ਕੀਤਾ ਹੈ, ਜਦ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਤੀਰਥ ਵਰ ਤਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤੇ ਜਿਉਂ ਕੁੰਚਰ ਇਸਨਾਨ। ਅੰਦਰ ਪ੍ਰਭਤਾ ਦੀ ਲਾਲਸਾ ਹੈ, ਇੱਛਾ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭੁੱਲਿਆ ਹੋਇਆ ਮਨੁੱਖ ਹੈ। ਇਸ ਭੁੱਲੇ ਹੋਏ ਮਨੁੱਖ ਨੂੰ ਵਿੱਚੋਂ ਨਿਕਲਣ ਵਾਸਤੇ ਕਿਹੜੀ ਅਵਸਥਾ ਚਾਹੀਦੀ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਬਚਨ ਕਰਕੇ ਬੰਦਗੀਵਾਨ ਪੁਰਖਾਂ ਨੂੰ ਬਖਸ਼ਿਸ਼ ਕਰਦੇ ਹੈ, ਬਚਨ ਕਰਦੇ ਹੈ। ਜਿਹੜੇ ਨਾਮ ਜਪਣ ਵਾਲੇ ਗੁਰਮੁਖਾਂ ਨੂੰ ਇਹ ਬਚਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਹਿੰਦੇ ਸਾਧੋ, ਇਹ ਜਗ ਭਰਮ ਭੁਲਾਨਾ, ਇਹ ਸੰਸਾਰ ਭੁਲੇਖਾ ਪਾਇਆ ਹੋਇਆ ਹੈ। ਜਿਹੜੇ ਮਨੁੱਖ ਧਨ ਜੋਬਨ ਪ੍ਰਭਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ, ਜਨ ਨਾਨਕ ਕੋਟਨ ਮੈਂ ਕੋ ਗੁਰਮੁਖ ਹੋਏ ਪਛਾਨਾ। ਕਰੋੜਾਂ ਵਿੱਚੋਂ ਕੋਈ ਗੁਰਮੁਖ ਦੀ ਪਦਵੀ ਪ੍ਰਾਪਤ ਕਰਕੇ ਮਨੁੱਖ ਇਸ ਗੱਲ ਨੂੰ ਪਹਿਚਾਣਦਾ ਹੈ, ਮੈਂ ਕੀ ਕਰਨ ਆਇਆ ਸੀ, ਕੀ ਕਰਨ ਜਾਣਾ ਸੀ, ਕੀ ਕਰਨਾ ਸੀ, ਕੀ ਨਹੀਂ ਕਰਨਾ ਸੀ। ਇਹ ਗੱਲਾਂ ਸਮਝਾਉਣ ਵਾਸਤੇ ਮਨੁੱਖ ਨੂੰ ਸਾਧੂ ਮਹਾਤਮਾ ਸੰਸਾਰ ਵਿੱਚ ਪਰਮੇਸ਼ਰ ਨੇ ਭੇਜੇ। ਕਦੀ ਵੀ ਸੁੱਤਾ ਹੋਇਆ ਮਨੁੱਖ ਆਪ ਨਹੀਂ ਉੱਠ ਸਕਦਾ। ਸੁੱਤੇ ਹੋਏ ਮਨੁੱਖ ਨੂੰ ਹਮੇਸ਼ਾ ਜਾਗਦਾ ਮਨੁੱਖ ਹੀ ਉਠਾਲਦਾ ਹੈ। ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਅਸੰਖਾਂ ਬੰਦੇ, ਇੱਕ ਇਹਨੂੰ 20 ਬਿੰਦੀਆਂ ਲਾ ਦਈਏ ਤਾਂ ਅਸੰਖਾਂ ਦੀ ਗਿਣਤੀ ਬਣਦੀ ਹੈ। ਅਸੰਖਾਂ ਦੁਨੀਆ ਸੁੱਤੀ ਪਈ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਚਨ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ। ਜਿਹੜੇ ਜੀਵ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਆ, ਜੀਵ ਤੋਂ ਹੀ ਸ਼ੁਰੂ ਹੋ ਕੇ ਅੰਦਰ ਆਤਮਾ ਤੱਕ ਪਹੁੰਚਦਾ ਹੈ। ਜੇ ਜੀਵ ਤੋਂ ਹੀ ਪਹਿਲਾਂ ਸ਼ੁਰੂ ਹੋਵੇਗਾ ਤਾਂ ਅੰਦਰ ਜਾ ਕੇ ਹਿਰਦੇ ਵਿੱਚ ਵਾਸਾ ਕਰੇਗਾ। ਜਦੋਂ ਪ੍ਰਸ਼ਾਦਾ ਵੀ ਆਪਾਂ ਛਕਦੇ ਹਾਂ ਪਹਿਲਾਂ ਜੀਵ 'ਤੇ ਹੀ ਜਾਂਦਾ, ਜੀਵ ਤੋਂ ਜਾ ਕੇ ਅੰਦਰ ਜਾ ਕੇ ਹੌਲੀ ਹੌਲੀ ਅਵਸਥਾ ਪ੍ਰਾਪਤ ਕਰਕੇ ਉਹ ਸਾਰੇ ਸਰੀਰ ਵਿੱਚ ਲਹੂ ਬਣ ਕੇ ਫਿਰ ਉਹ ਸਰੀਰ ਨੂੰ ਤਾਕਤ ਦੇ ਦਿੰਦਾ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਪਹਿਲਾਂ ਜੀਵ ਤੋਂ ਸ਼ੁਰੂ ਹੋ ਕੇ ਉਹਦੀ ਅਵਸਥਾ ਹੌਲੀ ਹੌਲੀ ਬਣ ਕੇ 4 ਅਵਸਥਾ ਦੱਸੀਆਂ ਨੇ ਮਹਾਂਪੁਰਖਾਂ ਨੇ,
ਉਹਦੀ ਫਿਰ ਆਤਮਾ ਜਿੱਦਾਂ ਸਰੀਰ ਬਲਵਾਨ ਹੋ ਜਾਂਦਾ, ਉਹਦੀ ਆਤਮਾ ਬਲਵਾਨ ਹੋ ਜਾਂਦੀ ਹੈ। ਫਿਰ ਉਹ ਆਤਮਾ ਡਰਦੀ ਨਹੀਂ, ਭਾਵੇਂ ਸਰੀਰ ਮਾੜਾ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹਦੇ ਸਿਰ 'ਤੇ ਚਾਹੇ ਆਰਾ ਚੱਲ ਜਾਵੇ, ਚਾਹੇ ਉਬਲਦੀ ਦੇਗ ਵਿੱਚ ਬੈਠ ਜਾਵੇ, ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹਨੂੰ ਫਿਰ ਅਵਸਥਾ ਦਿੱਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਪੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਉਹ ਗਿਆਨਵਾਨ ਪੁਰਖ ਹੈ ਜਿਹਦੇ ਅੰਦਰ ਇਹ ਅਵਸਥਾ ਬਣ ਜਾਂਦੀ ਹੈ। ਇਹ ਕਿਸੇ ਕੋਲ ਪਾਵਰ ਆ ਜਾਵੇ ਦਿਖਾਲਣੇ ਤੋਂ ਰਹਿੰਦਾ ਨਹੀਂ ਹੈ। ਜਿਹਦੇ ਕੋਲ ਪਾਵਰ ਹੁੰਦੀ ਹੈ ਦਿਖਾਲਦਾ ਨਹੀਂ ਹੈ, ਨਾ ਕਿਸੇ ਨੂੰ ਪੈ ਦਿੰਦਾ ਅਤੇ ਨਾ ਪੈ ਮੰਨਦਾ ਹੈ। ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਕਿੱਥੋਂ ਪ੍ਰਾਪਤ ਹੁੰਦੀ ਹੈ? ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ 'ਤੇ ਬਚਨ ਲਿਖੇ ਹੈ। ਸਾਧੂ ਦੀ ਸੰਗਤ ਤੋਂ ਬਿਨਾਂ ਮਨੁੱਖ ਨੂੰ ਕਦੀ ਵੀ ਜੀਵਨ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਜੀ ਬਾਣੀ ਵਿੱਚ ਲਿਖਿਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਬਿਆਸੇ ਕੋਏ। ਜਾ ਕੇ ਕੋਈ ਪੁੱਛੋ ਭਾਈ ਬ੍ਰਹਮਾ ਨੂੰ, ਵੇਦ ਨੂੰ, ਬਿਆਸ ਨੂੰ, ਉਹਨਾਂ ਨੂੰ ਜਾ ਕੇ ਪੁੱਛੋ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਕਿਸੇ ਨੂੰ ਗਿਆਨ ਨਹੀਂ। ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਕਰਕੇ ਹੀ ਵੱਡੇ ਵੱਡੇ ਅੱਗੇ ਤੋਂ ਅਵਸਥਾ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਉਹ ਜੀਵ ਨੂੰ ਸਮਝਾਉਂਦੇ ਆ, ਭਾਈ ਪਰਮੇਸ਼ਰ ਤੂੰ ਹੀ ਹੈ, ਤੇਰੇ ਅੰਦਰ ਪਰਮੇਸ਼ਰ ਤੇਰੇ ਅੰਦਰ ਹੀ ਹੈ, ਲੱਭਣ ਨਹੀਂ ਜਾਣਾ ਪੈਂਦਾ। ਠੀਕ ਹੈ, ਜੰਗਲਾਂ ਪਹਾੜਾਂ ਵਿੱਚ ਮਹਾਤਮਾ ਜਾਂਦੇ ਆ, ਇਕਾਂਤ ਲੱਭਦੇ ਆ। ਪੜ੍ਹਾਈ ਜਗਿਆਸੂ ਜੀਵ ਕਰਦਾ, ਵਿਦਿਆਰਥੀ ਕਰਦਾ, ਉਹ ਇਕਾਂਤ ਲੱਭਦਾ ਹੈ। ਪਰ ਜਦੋਂ ਆ ਕੇ ਪੇਪਰ ਉਹਦਾ ਦੁਨੀਆ ਵਿੱਚ ਹੀ ਪੈਂਦਾ। ਇਸੇ ਤਰ੍ਹਾਂ ਜੰਗਲ ਵਿੱਚ ਜਾ ਕੇ ਭਾਵੇਂ ਪ੍ਰਾਪਤੀ ਨਹੀਂ ਹੈ, ਪਰ ਜੰਗਲ ਵਿੱਚ ਜਾ ਕੇ ਕੁਛ ਇੰਦਰੇ ਰਹਿ ਜਾਂਦੇ ਆ। ਅੱਖਾਂ ਕਿਸੇ ਨੂੰ ਦੇਖਦੀਆਂ ਨਹੀਂ ਅਤੇ ਅੰਦਰ ਫੋਟੋ ਬਣਦੀ ਨਹੀਂ ਹੈ, ਅੱਖਾਂ ਰੁਕ ਜਾਂਦੀਆਂ ਨੇ। ਜਦੋਂ ਜੀਵ ਕਿਸੇ ਨੇ ਕੋਈ ਮਨੁੱਖ ਮਿਲਦਾ ਨਹੀਂ ਹੈ, ਜੀਭ ਰੁਕ ਜਾਂਦੀ ਹੈ। ਜੀਭ ਕਿਸੇ ਨਾਲ ਗੱਲ ਨਹੀਂ ਕਰਦੀ ਅਤੇ ਜੀਭ ਰੁਕ ਜਾਂਦੀ ਹੈ। ਜਦੋਂ ਜੀਭ ਕਿਸੇ ਨਾਲ ਗੱਲ ਨਹੀਂ ਕਰਦੀ ਅਤੇ ਕੰਨ ਵੀ ਕਿਸੇ ਦੀ ਗੱਲ ਸੁਣਦੇ ਨਹੀਂ। ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕੰਨ ਸੁਣਦੇ ਨਹੀਂ ਅਤੇ ਜੀਭ ਕਰਦੀ ਨਹੀਂ। ਇਹ ਸਾਰੇ ਇੰਦਰੇ ਰੁਕ ਜਾਂਦੇ ਆ। ਇੱਕੋ ਹੀ ਮਨ ਰਹਿ ਜਾਂਦਾ। ਫਿਰ ਮਨ ਨੂੰ ਸਮਝਾਉਣ ਵਾਸਤੇ ਇਹਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਆ। ਜਿਹੜਾ ਸ਼ਬਦ ਨਾਲ ਜੁੜ ਗਿਆ ਉਹ ਫਿਰ ਜਿੱਦਾਂ ਸ਼ਬਦ ਦੇ ਨਾਲ ਆਤਮਾ ਨੂੰ ਸ਼ਬਦ ਨਾਲ ਜੋੜਨਾ ਸੀ। ਜਿਹੜੀ ਇੱਧਰ ਉੱਧਰ ਨੱਠੀ ਫਿਰਦੀ ਹੈ ਆਤਮਾ, ਇਹੀ ਪਰਮੇਸ਼ਰ ਦੀ ਅੰਸ਼ ਹੈ। ਇਸ ਨੂੰ ਜੋੜਨ ਵਾਸਤੇ ਹੀ ਮਹਾਂਪੁਰਖਾਂ ਨੇ ਕਿਹਾ, ਭਾਈ ਪਰਮੇਸ਼ਰ ਤੇਰੇ ਅੰਦਰ ਹੀ ਹੈ। ਸ਼ੇਖ ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜ ਹੈ, ਬਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਅੰਦਰ ਪਰਮੇਸ਼ਰ ਹੈ, ਉਹਨੂੰ ਲੱਭਣ ਵਾਸਤੇ ਮਹਾਤਮਾ ਪੁਰਖਾਂ ਦੀ ਸੰਗਤ ਕਰਨੀ ਪੈਂਦੀ। ਮਹਾਤਮਾ ਦੱਸਦੇ ਆ ਵੀ ਤੈਨੂੰ ਅੰਦਰੋਂ ਲੱਭੂਗਾ ਕਿੱਦਾਂ। ਜੇ ਤਾਂ ਅੰਦਰੋਂ ਡਾਕਟਰਾਂ ਨੇ ਤਾਂ ਬੜੀ ਖੋਜ ਕੀਤੀ ਆ, ਪਰ ਜੇ ਅੰਦਰ ਦਿਸਦਾ ਹੁੰਦਾ ਡਾਕਟਰਾਂ ਨੇ ਲੱਭ ਦੇਣਾ ਸੀ। ਪਰ ਇੱਕ ਅਗੰਮ ਅਗੋਚਰ ਜਿਹੜੀ ਹੱਥਾਂ ਪੈਰਾਂ ਦੀ ਪਹੁੰਚ ਤੋਂ ਦੂਰ ਹੈ, ਅੱਖਾਂ ਦੀ ਨਿਗਾਹ ਤੋਂ ਦੂਰ ਹੈ, ਜਿਹੜੀ ਕੋਈ ਦਿਸਦਾ ਹੀ ਨਹੀਂ ਕਿਸੇ ਨੂੰ ਕੁਛ ਵੀ, ਉਹ ਜਿਹੜੀ ਚੀਜ਼ ਹੈ ਉਹ ਅੰਦਰੋਂ ਪ੍ਰਾਪਤ ਕਰਨੀ ਹੈ। ਕੀੜੀ ਵਿੱਚ ਵੀ ਉਹੀ ਹੈ, ਹਾਥੀ ਵਿੱਚ ਵੀ ਉਹੀ ਹੈ, ਉਹੀ ਪਰਮੇਸ਼ਰ ਦੀ ਅੰਸ਼ ਹੈ। ਉਸ ਨੂੰ ਸ਼ਬਦ ਨਾਲ ਜੋੜਨਾ, ਉਹ ਸੰਸਾਰ ਨਾਲ ਜੁੜੀ ਹੋਈ ਹੈ। ਅੰਦਰ ਭੋਰੇ ਵਿੱਚ ਬੈਠਾ ਹੋਇਆ ਵੀ ਸੰਸਾਰ ਨਾਲ ਜੁੜਿਆ ਹੋਇਆ, ਬਾਹਰ ਜਾ ਕੇ ਜਿੱਥੇ ਮਰਜ਼ੀ ਇਕਾਂਤ ਵਿੱਚ ਚਲ ਜਾਵੇ ਫਿਰ ਵੀ ਸੰਸਾਰ ਨੂੰ ਫੜਿਆ ਹੋਇਆ, ਗੁਟਕਾ ਫੜ ਕੇ ਫਿਰ ਵੀ ਸੰਸਾਰ ਨੂੰ ਫੜਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੁਲਤਾਨਪੁਰ ਵਿਰੋਧੀ ਦੌਲਤ ਖਾਂ ਲੋਧੀ ਨਾਲ ਨਮਾਜ਼ ਕਰਨ ਲੱਗੇ ਤਾਂ ਸਤਿਗੁਰੂ ਜੀ ਖੜ੍ਹੇ ਰਹੇ। ਫਿਰ ਉਸ ਵੇਲੇ ਦੌਲਤ ਖਾਂ ਨੇ ਕਿਹਾ, ਨਾਨਕ ਜੀ ਤੂੰ ਨਮਾਜ਼ ਨਹੀਂ ਪੜ੍ਹੀ। ਕਹਿਣ ਲੱਗੇ, ਮੈਂ ਨਮਾਜ਼ ਕਿਹਦੇ ਨਾਲ ਪੜ੍ਹਨੀ ਸੀ? ਕਹਿੰਦੇ, ਮੈਂ ਤਾਂ ਇੱਥੇ ਹੀ ਸੀ। ਕਹਿੰਦੇ, ਤੇਰਾ ਸਰੀਰ ਇੱਥੇ ਸੀ, ਤੇਰਾ ਜਿਹੜਾ ਨਮਾਜ਼ ਪੜ੍ਹਨੇ ਵਾਲਾ ਸੀ ਉਹ ਤਾਂ ਕਾਬਲ ਕੰਧਾਰ ਫਿਰਦਾ ਸੀ, ਉਹਨੇ ਪੜ੍ਹਨੀ ਸੀ। ਸਰੀਰ ਦੇ ਜੀਵ ਨਾਲ ਹੀ ਬੋਲੀ ਹੋਈ ਨਮਾਜ਼ ਪ੍ਰਵਾਨ ਨਹੀਂ ਹੈ। ਅੰਦਰ ਤੇਰੀ ਆਤਮਾ ਜਿਹੜੀ ਕਾਬਲ ਕੰਧਾਰ ਘੋੜੇ ਖਰੀਦਦੀ ਹੈ, ਉਹਨੇ ਨਮਾਜ਼ ਪੜ੍ਹਨੀ ਸੀ। ਕਾਜੀ ਕਹਿਣ ਲੱਗਿਆ, ਮੇਰੇ ਨਾਲ ਪੜ੍ਹ ਲੈਂਦੇ। ਉਹ ਕਹਿੰਦੇ, ਤੂੰ ਤਾਂ ਘਰ ਬਛੇਰੇ ਨੂੰ ਸਾਂਭਦਾ ਸੀ, ਘੋੜੀ ਸੂਈ ਹੋਈ ਹੈ। ਜਿਸ ਨੇ ਪੜ੍ਹਨੀ ਸੀ ਤਾਂ ਉਹ ਤਾਂ ਇੱਥੇ ਹਾਜ਼ਰ ਹੀ ਨਹੀਂ ਸੀ, ਉਹਦੀ ਹਾਜ਼ਰੀ ਲੱਗਣੀ ਸੀ। ਉਹਨੂੰ ਬੰਨ੍ਹ ਕੇ ਇੱਕ ਸ਼ਬਦ ਨਾਲ ਜੋੜਨਾ ਹੈ। ਜਦੋਂ ਸ਼ਬਦ ਨਾਲ ਮਨੁੱਖ ਜੁੜਦਾ ਹੈ, ਸ਼ਬਦ ਸਰੂਪ ਪਰਮੇਸ਼ਰ ਦੇ ਨਾਲ ਜੁੜਦਾ ਹੈ, ਹੌਲੀ ਹੌਲੀ ਬਾਕੀ ਚੀਜ਼ਾਂ ਥੱਲੇ ਰਹਿੰਦੀਆਂ ਚਲੇ ਜਾਂਦੀਆਂ। ਤਾਂ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਪਵਿੱਤਰ ਬਚਨ ਹੈ, ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ।
ਬਿਨਾਂ ਗੁਰੂ ਤੋਂ ਮੋਹ ਮਾਇਆ ਵਿੱਚ ਮਨੁੱਖ ਫਸਿਆ ਰਹੇਗਾ। ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੈ ਕਬਹੂ, ਤਿਨ ਸਭ ਜਨਮ ਕਾਥਾ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਨਹੀਂ, ਜਨਮ ਤਾਂ ਬਿਰਥਾ ਗਿਆ ਹੀ। ਮੋਹ ਮਾਇਆ ਤੋਂ ਛੁੱਟ ਨਹੀਂ ਸਕਦੇ ਕਦੀ ਵੀ, ਸੰਸਾਰ ਦੇ ਮਾਇਕ ਪਦਾਰਥਾਂ ਵਿੱਚੋਂ ਨਿਕਲ ਨਹੀਂ ਸਕਦੇ। ਜਦੋਂ ਪਰਮੇਸ਼ਰ ਦੇ ਨਾਲ ਜਿੱਦਾਂ ਜਿੱਦਾਂ ਜੁੜਦਾ ਜਾਂਦਾ, ਸੰਸਾਰ ਦੀ ਮੋਹ ਮਾਇਆ ਥੱਲੇ ਰਹਿੰਦੀ ਚਲੇ ਜਾਂਦੀ ਹੈ। ਜਦੋਂ ਇੱਕ ਪਾਸੇ ਨੂੰ ਮਨੁੱਖ ਮੰਜ਼ਿਲ ਤੈਅ ਕਰਦਾ, ਦੂਜੀ ਬਾਟ ਆਪੇ ਪਿੱਛੇ ਰਹਿ ਜਾਂਦੀ ਹੈ। ਜਦੋਂ ਤੁਰਦਾ ਹੀ ਨਹੀਂ ਹੈ ਤਾਂ ਫਿਰ ਉੱਥੇ ਖੜਾ ਰਹਿੰਦਾ ਉਹ। ਇਸ ਕਰਕੇ ਮੋਹ ਮਾਇਆ ਤਿਨ ਸਾਧੂ ਚਰਨ ਸੇਵੈ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ, ਉਹਨਾਂ ਦਾ ਜਨਮ ਸਫਲਾ ਹੋ ਗਿਆ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਐਸੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਣੀ, ਉਹਨਾਂ ਦੇ ਕੋਲੋਂ ਗਿਆਨ ਪ੍ਰਾਪਤ ਕਰਨਾ। ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਿਆਂ ਵਰਨਾਂ ਵਾਸਤੇ ਹੈ, ਸਾਂਝਾ ਹੈ। ਇਹਦੇ ਵਿੱਚ ਕੋਈ ਸਿੱਖ ਕੌਮ ਵਾਸਤੇ ਇਕੱਲੇ ਵਾਸਤੇ ਗਿਆਨ ਨਹੀਂ। ਸਿੱਖ ਤਾਂ ਕਹਿੰਦੇ ਸਾਡੇ ਵਾਸਤੇ ਹੀ, ਸਾਤੋਂ ਬਿਨਾਂ ਕੋਈ ਹੋਰ ਪੜ੍ਹੇ ਹੀ ਨਾ। ਇਹ ਸਾਰਿਆਂ ਵਾਸਤੇ ਬਾਣੀ ਸਾਂਝੀ ਹੈ, ਇਹ 'ਤੇ ਕਬਜ਼ਾ ਨਹੀਂ ਕਿਸੇ ਦਾ ਹੈ। ਮਤ ਕੋਈ ਕਬਜ਼ਾ ਕਰਕੇ ਬਹਿ ਜਾਵੇ ਵੱਖਰੀ ਗੱਲ ਹੈ, ਅਗਿਆਨਤਾ ਹੈ। ਗੁਰੂ ਦੇ ਗਿਆਨ 'ਤੇ ਕਿਸੇ ਦਾ ਕਬਜ਼ਾ ਨਹੀਂ ਹੈ, ਜਿਹੜਾ ਮਰਜ਼ੀ ਗਿਆਨ ਲੈ ਸਕਦਾ। ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਗਿਆਨ ਹੈ। ਇਹਦੇ ਵਿੱਚੋਂ ਗਿਆਨ ਦੇ ਵਿੱਚੋਂ ਲੈ ਕੇ ਬੜੇ ਬੜੇ ਮਹਾਤਮਾ ਉਹਨਾਂ ਨੇ ਅਵਸਥਾ ਪ੍ਰਾਪਤ ਕੀਤੀ ਹੈ। ਬੜੇ ਸਤਿਕਾਰਤ ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਹੁਦੇ ਨੇ, ਕਿਸੇ ਜਗ੍ਹਾ 'ਤੇ ਗੁਰਮੁਖ ਲਿਖਿਆ ਹੈ, ਕਿਸੇ ਜਗ੍ਹਾ 'ਤੇ ਸਾਧ ਲਿਖਿਆ ਹੈ, ਸੰਤ ਲਿਖਿਆ ਹੈ, ਬ੍ਰਹਮ ਗਿਆਨੀ ਲਿਖਿਆ ਹੈ, ਭਗਤ ਲਿਖਿਆ ਹੈ। ਬੜੇ ਸਤਿਕਾਰਤ ਅੱਖਰ ਨੇ। ਉਹਨਾਂ ਦੇ ਵਿੱਚ ਉਹਨਾਂ ਦੇ ਗੁਣ ਦੱਸੇ ਨੇ। ਬ੍ਰਹਮ ਗਿਆਨੀ ਵਿੱਚ ਇਹ ਗੁਣ ਹੁੰਦੇ ਆ, ਭਗਤ ਵਿੱਚ ਇਹ ਗੁਣ ਹੁੰਦੇ ਆ, ਸਾਧ ਵਿੱਚ ਇਹ ਗੁਣ ਹੈ, ਸੰਤ ਵਿੱਚ ਇਹ ਗੁਣ ਹੈ। ਜੇ ਕੋਈ ਕਹੇ ਵੀ ਇਹ ਤਾਂ ਕੋਈ ਹੁੰਦਾ ਹੀ ਨਹੀਂ ਗੁਰਮੁਖੋ, ਇਹ ਤਾਂ ਗੱਲ ਨਹੀਂ ਕਦੀ ਹੋ ਸਕਦੀ। ਇਸ ਅਵਸਥਾ ਨੂੰ ਕੋਈ ਵੀ ਪ੍ਰਾਪਤ ਕਰ ਲਵੇ, ਉਹਨੂੰ ਉਹੀ ਨਾਮ ਦਿੱਤਾ ਜਾਂਦਾ। DC ਦੀ ਪੜ੍ਹਾਈ ਪੜ੍ਹ ਲੈਂਦਾ, ਉਹਨੂੰ DC ਕਹਿੰਦੇ ਆ। ਜੇ ਕੋਈ SDM ਜਾਂ ਹੋਰ ਵੱਡੇ ਅਹੁਦੇ 'ਤੇ ਆ, ਕੋਈ ਪੜ੍ਹਾਈ ਪੜ੍ਹੀ ਹੈ, ਜਿਹੜਾ ਮਰਜ਼ੀ ਜਾਤ ਦਾ ਪੜ੍ਹ ਲਵੇ, ਉਹਨੂੰ ਉਹੀ ਨਾਮ ਦਿੱਤਾ ਜਾਂਦਾ। ਇਸੇ ਤਰ੍ਹਾਂ ਕੁਛ ਗੁਣਾ ਕਰਕੇ ਸਾਧੂਆਂ ਦੀ ਪੂਜਾ ਹੁੰਦੀ ਹੈ, ਉਹਨਾਂ ਨੂੰ ਨਾਮ ਦਿੱਤੇ ਜਾਂਦੇ ਆ। ਬ੍ਰਹਮ ਗਿਆਨੀ ਸਭ ਤੋਂ ਉੱਪਰ ਦਾ ਦਰਜਾ ਹੈ ਬ੍ਰਹਮ। ਜੀਵ ਦਾ ਬ੍ਰਹਮ ਬਣ ਜਾਣਾ, ਬ੍ਰਹਮ ਬਣ ਜਾਣਾ, ਉਹੀ ਸਰੂਪ ਬਣ ਜਾਣਾ। ਸਾਰਾ ਸ੍ਰਿਸ਼ਟੀ ਕਿੱਥੇ ਕਿੱਥੇ ਸਾਜੀ ਹੈ, ਕਿੱਥੇ ਕਿੱਥੇ ਬ੍ਰਹਿਮੰਡ ਹੈ, ਕਿੱਥੇ ਕਿੱਥੇ ਕਿਹੜਾ ਕਿਹੜਾ ਜੀਵ ਹੈ, ਹਰੇਕ ਜੀਵ ਬਾਰੇ ਗਿਆਨ ਹੋ ਜਾਣਾ, ਕੀੜੀ ਤੋਂ ਲੈ ਕੇ ਹਾਥੀ ਤੱਕ। ਉਹਨੂੰ ਕਹਿੰਦੇ ਬ੍ਰਹਮ। ਉਹ ਮਨੁੱਖ ਦੇ ਅੰਦਰ ਜਿਹੜੇ ਬ੍ਰਹਮ ਹੈ, ਜੇ ਕੋਈ ਕਹੇ ਬੰਦਾ ਪਰਮੇਸ਼ਰ ਨਹੀਂ ਬਣ ਸਕਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛੋ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ, ਕਉ ਨਾਨਕ ਆਪਨ ਤਰੇ ਔਰਨ ਲੇਤ ਉਧਾਰ। ਜੇ ਮਾਇਆ ਮਮਤਾ ਤਜੀ ਸਭ ਤੇ ਪੈ ਉਦਾਸ, ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਜਿਹੜੇ ਮੋਹ ਮਮਤਾ ਤੋਂ ਉੱਤੇ ਉੱਠ ਕੇ ਸਾਰੇ ਸੰਸਾਰ ਤੋਂ ਉਦਾਸ ਹੋ ਗਏ, ਰਹੇ ਸੰਸਾਰ ਵਿੱਚ ਹੀ, ਪਰ ਕਿਸੇ ਮੋਹ ਮਮਤਾ ਵਿੱਚ ਲੇਪ ਨਹੀਂ ਹੋਏ, ਉਹਨਾਂ ਦੇ ਅੰਦਰ ਬ੍ਰਹਮ ਦਾ ਵਾਸਾ ਹੈ। ਉਹਨਾਂ ਦੇ ਦਰਸ਼ਨ ਬ੍ਰਹਮ ਦੇ ਦਰਸ਼ਨ ਨੇ। ਉਹਨਾਂ ਦਾ ਸਰੀਰ ਵੀ ਬ੍ਰਹਮ ਹੈ, ਸਰੀਰ ਵੀ ਪਵਿੱਤਰ ਹੈ। ਉਹਨਾਂ ਦੇ ਸਰੀਰ ਨਾਲ ਜਿਹੜੀ ਚੀਜ਼ ਲੱਗਦੀ ਹੈ ਪਵਿੱਤਰ ਹੋ ਜਾਂਦੀ ਹੈ। ਬਾਕੀ ਜੀਵਾਂ ਨਾਲ ਜਿਹੜੀ ਚੀਜ਼ ਲੱਗਦੀ ਹੈ ਉਹ ਅਪਵਿੱਤਰ ਹੋ ਜਾਂਦੀ ਹੈ। ਕਈ ਕੱਪੜੇ ਹੈ, ਜਦੋਂ ਕੋਈ ਬੰਦਾ ਮਰ ਜਾਂਦਾ, ਉਹਦੇ ਮਰੇ ਹੋਏ ਦੇ ਕੱਪੜੇ ਬਾਹਰ ਸਿੱਟ ਦਿੰਦੇ ਜਾਂ ਕਿਸੇ ਨੂੰ ਦੇ ਦਿੰਦੇ ਆ। ਕਿਸੇ ਮਹਾਤਮਾ ਦੇ ਕੱਪੜੇ ਨਹੀਂ ਦਿੰਦਾ ਕੋਈ ਵੀ। ਉਹਨਾਂ ਦੇ ਸਰੀਰਾਂ ਨਾਲ ਲੱਗੀਆਂ ਹੋਈਆਂ ਚੀਜ਼ਾਂ ਅੱਜ ਵੀ ਪੂਜਾ ਹੁੰਦੀ ਹੈ। ਕਾਰਨ ਕੀ ਹੈ ਕਿ ਪਵਿੱਤਰ ਸਰੀਰ ਨਾਲ ਲੱਗੇ ਹੋਏ ਕੱਪੜੇ ਪਵਿੱਤਰ ਹੈ। ਪਵਿੱਤਰ ਸਰੀਰ ਨਾਲ ਜਿਹੜੀ ਚੀਜ਼ ਲੱਗੀ ਹੈ, ਘੋੜੇ ਹੈ, ਘੋੜੇ ਪਵਿੱਤਰ ਹੈ, ਕਾਠੀਆਂ ਪਵਿੱਤਰ ਹੈ, ਚਮੜਾ ਹੈ, ਪਵਿੱਤਰ ਨਹੀਂ ਹੋ ਸਕਦਾ। ਪਰ ਮਹਾਤਮਾ ਦੇ ਹੱਥ ਵਿੱਚ ਕਮੰਡਲ ਹੈ, ਮਹਾਤਮਾ ਦੇ ਥੱਲੇ ਕੋਈ ਆਸਣ ਹੈ, ਉਹ ਪਵਿੱਤਰ ਹੈ। ਦੁਨੀਆ ਮੱਥਾ ਟੇਕਦੀ ਹੈ। ਜਿੱਥੇ ਕੋਈ ਮਹਿਕ ਵਾਲੀ ਚੀਜ਼ ਰੱਖਦੀ ਹੈ, ਉਹਦੇ ਵਿੱਚ ਮਹਿਕ ਹੀ ਆਉਂਦੀ ਹੈ। ਜਿੱਥੇ ਕੋਈ ਗੰਦਗੀ ਵਾਲੀ ਚੀਜ਼ ਰੱਖਦੀ, ਉਹਦੇ ਵਿੱਚ ਗੰਦਗੀ ਵਾਲੀ ਬਦਬੂ ਆਉਂਦੀ ਹੈ। ਗੰਦਾ ਜੀਵ ਜਿਹੜੀ ਚੀਜ਼ ਨਾਲ ਲੱਗ ਜਾਂਦਾ ਹੈ, ਉਹਦੀ ਗੰਦੀ, ਉਹਨੂੰ ਦੁਨੀਆ ਗੰਦਗੀ ਸਮਝਦੀ ਹੈ। ਜਿਹੜੇ ਮਹਾਤਮਾ ਲੋਕ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਨਮ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਤੋਂ ਬਾਅਦ ਪਹਿਲਾਂ ਇਸ਼ਨਾਨ ਕਰਾਇਆ, ਉਹਨਾਂ ਨੂੰ ਜਲ ਪ੍ਰਵਾਹ ਕੀਤਾ ਸੀ। ਉਹਨਾਂ ਦੇ ਸਰੀਰ ਨਾਲੋਂ ਜਿਹੜਾ ਜਲ ਇਸ਼ਨਾਨ ਕਰਕੇ ਲੋਕ ਬੋਤਲਾਂ ਵਿੱਚ ਭਰ ਭਰ ਕੇ ਘਰ ਨੂੰ ਲੈ ਗਏ।
ਜਿਹੜੀ ਮਿੱਟੀ ਵੀ ਪਾਣੀ ਨਾਲ ਲਿਬੜੀ ਸੀ ਉਹ ਵੀ ਪੱਟ ਪੱਟ ਕੇ ਲੋਕ ਘਰ ਨੂੰ ਲੈ ਗਏ ਪਵਿੱਤਰ। ਇਸੇ ਤਰ੍ਹਾਂ ਮਹਾਤਮਾ ਲੋਕਾਂ ਦੇ ਵਸਤਰਾਂ ਦੀ ਪੂਜਾ ਹੈ, ਜੋੜਿਆਂ ਦੀ ਪੂਜਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਚਨ ਲਿਖਿਆ ਹੈ ਸਤਿਗੁਰੂ ਜੀ ਨੇ, ਤਿਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਿਹੜੇ ਨਾਮ ਨਾਲ ਜੁੜੇ ਹੋਏ ਉਹਨਾਂ ਦੇ ਨਾਲ ਚੀਜ਼ਾਂ ਲੱਗ ਕੇ ਅਪਵਿੱਤਰ ਨਹੀਂ ਹੁੰਦੀਆਂ, ਬਾਕੀ ਜੀਵਾਂ ਨਾਲ ਲੱਗ ਕੇ ਅਪਵਿੱਤਰ ਹੋ ਜਾਂਦੀਆਂ। ਬਹੁਤੀ ਦੂਰ ਕੀ ਜਾਣਾ, ਮਨੁੱਖ ਭੋਜਨ ਛਕਦਾ ਛਕਦਾ 1 ਸੈਕਿੰਡ ਖਾਂਦਿਆਂ ਖਾਂਦਿਆਂ ਮਨੁੱਖ ਨੂੰ ਉਲਟੀ ਆ ਜਾਵੇ, ਮਨੁੱਖ ਨੂੰ ਆਪਣੇ ਭੋਜਨ ਤੋਂ ਹੀ ਕਿਰਨਾ ਆਉਣ ਲੱਗ ਜਾਂਦੀ। ਇਹਦੇ ਅੰਦਰੋਂ ਹੀ ਨਿਕਲਿਆ ਹੈ, ਹਾਲੇ 1 ਸੈਕਿੰਡ ਪਹਿਲਾਂ ਇਹਨੇ ਅੰਦਰ ਪਾਇਆ ਹੈ, ਉਹ ਤੋਂ ਕਿਰਨਾ ਆਉਣ ਲੱਗ ਜਾਂਦੀ ਹੈ। ਉਹਨੇ 1 ਸੈਕਿੰਡ ਦਾ ਸੰਗਤ ਕੀਤੀ ਹੈ ਪਾਪੀ ਜੀਵ ਦੀ, ਉਹ ਤੋਂ ਮਨੁੱਖ ਦੁਨੀਆ ਥੁੱਕ ਥੁੱਕ ਕੇ ਲੰਘਣ ਲੱਗ ਗਈ। ਉਹੀ ਜਿਹੜੇ ਬਹੁਤੀ ਦੇਰ ਤਾਂ ਛੱਡੋ, ਤੁਸੀਂ ਸਵੇਰ ਤੱਕ ਜਾਂ ਉਹਨੂੰ 8 ਘੰਟੇ ਜਾਂ 9 ਘੰਟੇ ਅੰਦਰ ਰਹਿਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਫਿਰ ਗੰਦਗੀ ਦਾ ਰੂਪ ਧਾਰਨ ਕਰ ਜਾਂਦਾ। ਜਿਹਦਾ ਜ਼ਿਕਰ ਆਸਾ ਜੀ ਦੀ ਵਾਰ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕ੍ਰਿਤ, ਤਾਂ ਹੋਆ ਪਾਕ ਪਵਿੱਤ। ਪਵਿੱਤਰ ਪ੍ਰਸ਼ਾਦਾ ਤਿਆਰ ਹੋਇਆ। ਉਹ ਪਵਿੱਤਰ ਪ੍ਰਸ਼ਾਦਾ ਜਦੋਂ ਪਾਪੀ ਮਨੁੱਖ ਦੇ ਨਾਲ ਸੰਗਤ ਕੀਤੀ, ਪਾਪੀ ਸਿਓ ਤਨ ਗੱਡਿਆ ਤਾਂ ਥੁੱਕਾਂ ਪਈਆਂ ਤਿੱਥ, ਉਹ ਤੇ ਦੁਨੀਆ ਥੁੱਕ ਥੁੱਕ ਕੇ ਲੰਘਣ ਲੱਗ ਗਈ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਵੈ ਰਸ ਖਾਹੇ, ਨਾਨਕ ਐਵੇਂ ਜਾਣੀਏ ਤਿਤ ਮੂੰਹ ਥੁੱਕਾਂ ਪਾਹੇ। ਜਿਹੜੇ ਨਾਮ ਤੋਂ ਬਿਨਾਂ ਪਦਾਰਥਾਂ ਦਾ ਰਸ ਲੈਂਦੇ ਆ, ਇੱਦਾਂ ਜਾਣੋ ਜਿੱਦਾਂ ਗੰਦਗੀ 'ਤੇ ਥੁੱਕ ਪੈਂਦੀ ਹੈ, ਦਰਗਾਹ ਵਿੱਚ ਉਹਨਾਂ ਲੋਕਾਂ 'ਤੇ ਵੀ ਦੁਨੀਆ ਥੁੱਕ ਥੁੱਕ ਕੇ ਲੰਘਦੀ ਹੈ। ਇਸੇ ਤਰ੍ਹਾਂ ਜਿਹੜੇ ਪਵਿੱਤਰ ਸਰੀਰ ਹੈ, ਉਹਨਾਂ ਦਾ ਸਤਿਗੁਰੂ ਜੀ ਪ੍ਰਮਾਣ ਦਿੰਦੇ ਆ, ਤਿਨ ਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ। ਉਹਨਾਂ ਨਾਲ ਲੱਗ ਕੇ ਇਹ ਚੀਜ਼ਾਂ ਅਪਵਿੱਤਰ ਨਹੀਂ ਹੁੰਦੀਆਂ, ਕਿਉਂਕਿ ਉਹਨਾਂ ਦੇ ਸਰੀਰ ਪਵਿੱਤਰ ਹੈ। ਬ੍ਰਹਮ ਦੇ ਵਿੱਚੋਂ ਗੰਦਗੀ ਨਿਕਲਦੀ ਨਹੀਂ, ਉਹਦੇ 9 ਦਰਵਾਜ਼ੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗੰਦਗੀ ਨਹੀਂ, ਅੰਮ੍ਰਿਤ ਸਿੱਟਦੇ ਆ। ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਅੰਮ੍ਰਿਤ ਹੈ, ਜੀਭ ਵਿੱਚੋਂ ਵੀ ਅੰਮ੍ਰਿਤ ਹੈ, ਸਾਰੇ ਇੰਦਰੀਆਂ ਵਿੱਚ ਅੰਮ੍ਰਿਤ ਹੈ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਜਦ ਅੰਦਰ ਅੰਮ੍ਰਿਤ ਭਰਿਆ ਹੋਇਆ ਤਾਂ ਸਾਰੇ ਇੰਦਰੇ ਵੀ ਤਾਂ ਅੰਮ੍ਰਿਤ ਹੀ ਵਰਤਾਉਣਗੇ, ਬਾਕੀ ਇੰਦਰੇ ਅੰਮ੍ਰਿਤ ਤਾਂ ਨਹੀਂ, ਬਾਕੀ ਗੰਦਗੀ ਤਾਂ ਨਹੀਂ ਵਰਸਾਉਣਗੇ। ਅੰਦਰ ਟੋਕਰਾ ਰੱਖ ਦਿਓ ਕਿਸੇ ਦੇ ਅੰਦਰ ਫੁੱਲਾਂ ਦਾ, ਜਿਹੜੇ ਮਰਜ਼ੀ ਸਰਾਖ ਨੂੰ ਨੱਕ ਲਾ ਲਓ, ਫੁੱਲਾਂ ਦੀ ਸੁਗੰਧੀ ਆਉਂਦੀ ਹੈ। ਅੰਦਰ ਗੰਦਗੀ ਦਾ ਟੋਕਰਾ ਰੱਖ ਦਿਓ, ਜਿਹੜੇ ਮਰਜ਼ੀ ਸਰਾਖ ਲਾਓ ਨੱਕ, ਅੰਦਰੋਂ ਗੰਦਗੀ ਦੀ ਬਦਬੂ ਆਵੇਗੀ। ਇਸੇ ਤਰ੍ਹਾਂ ਨਾਮ ਨਾ ਰਹੀਆਂ ਹੋਈਆਂ ਰੂਹਾਂ, ਤਿਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ। ਕਈ ਮਹਾਤਮਾ ਸਿਗਰਟਾਂ ਪੀਂਦੇ ਆ, ਕਈ ਮਹਾਤਮਾ ਹੋਰ ਇੱਦਾਂ ਦੇ ਚੀਜ਼ਾਂ ਖਾਂਦੇ ਆ, ਉਹਨਾਂ ਦੇ ਨਾਲ ਲੱਗ ਕੇ ਇਹ ਚੀਜ਼ਾਂ ਪਵਿੱਤਰ ਹੋ ਜਾਂਦੀਆਂ, ਪਵਿੱਤਰ ਨਹੀਂ ਰਹਿੰਦੀਆਂ। ਅਪਵਿੱਤਰ ਚੀਜ਼ ਲੱਗ ਕੇ ਵੀ ਬ੍ਰਹਮ ਨਾਲ ਪਵਿੱਤਰ ਹੋ ਜਾਂਦੀ ਹੈ। ਗੰਗਾ ਦੇ ਵਿੱਚ ਅਨੇਕਾਂ ਨਦੀਆਂ ਨਾਲੇ ਗੰਦਗੀ ਦੇ ਪੈਂਦੇ ਆ, ਉਹ ਸਾਰੇ ਗੰਗਾ ਨੂੰ ਅਪਵਿੱਤਰ ਨਹੀਂ ਕਰ ਸਕੇ ਅੱਜ ਤੱਕ। ਗੰਗਾ ਪਵਿੱਤਰ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਗੁਰੂ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੇ ਲਾਗੋਂ ਹਰ ਫਿਰੇ ਕਹਿਤ ਕਬੀਰ ਕਬੀਰ। ਅੱਜ ਤੱਕ ਗੰਗਾ ਦਾ ਜਲ ਤਾਂ ਪਵਿੱਤਰ ਨਹੀਂ ਹੋਇਆ, ਤੇ ਸਤਿਗੁਰੂ ਜੀ ਨੇ ਹੋਰ ਪਵਿੱਤਰ ਬਚਨ ਲਿਖਿਆ, ਜੈਸੇ ਜਿਉਂ ਨਦੀਆਂ ਨਾਲੀਆਂ ਟੋਭਿਆਂ ਦਾ ਜਲ, ਜਾਏ ਪਵੇ ਵਿੱਚ ਸੁਰਸਰੀ, ਪਾਵਨ ਪਵਿੱਤਰ ਹੋਏ ਜਾਏ। ਇਹ ਵਡਿਆਈ ਸਤਿਗੁਰ ਨਿਰਵੈਰ ਦੀ, ਨਿੰਦਕ ਦੁਸ਼ਟ ਸਭ ਨਾਲ ਰਲਾਏ। ਨਦੀਆਂ ਨਾਲੀਆਂ ਟੋਭਿਆਂ ਦਾ ਜਲ ਜਾ ਕੇ ਗੰਗਾ ਵਿੱਚ ਪੈ ਜਾਂਦਾ, ਉਹ ਵੀ ਗੰਗਾ ਦਾ ਰੂਪ ਧਾਰਨ ਕਰ ਜਾਂਦਾ। ਉਹ ਗੰਗਾ ਨੂੰ ਅੱਜ ਤੱਕ ਅਪਵਿੱਤਰ ਨਹੀਂ ਕਰ ਸਕੇ। ਅੱਜ ਤੱਕ ਕਿਸੇ ਨੇ ਕਿਹਾ ਵੀ ਗੰਗਾ ਅਪਵਿੱਤਰ ਹੋ ਗਈ ਹੈ, ਉਹਦਾ ਪਾਣੀ ਲਿਆ ਕੇ ਤੁਸੀਂ ਸਾਲ ਭਰ ਵੀ ਰੱਖ ਲਓ, ਉਹ ਖਰਾਬ ਨਹੀਂ ਹੁੰਦਾ। ਤੁਸੀਂ ਹੋਰ ਕਿਸੇ ਨਲਕੇ ਦਾ ਪਾਣੀ ਭਰ ਕੇ ਰੱਖ ਲਓ ਤੇ ਜਾਲਾ ਪੈ ਜਾਂਦਾ, ਖੂਹ ਦਾ ਪਾਣੀ ਭਰ ਕੇ ਰੱਖ ਲਓ ਜਾਲਾ ਪੈ ਜਾਂਦਾ। ਤੁਸੀਂ ਉਹਨੂੰ ਹੁਣ ਵੀ ਗੰਗਾ ਦਾ ਜਲ ਲਿਆ ਕੇ ਰੱਖ ਲਓ, ਉਹਦੇ ਵਿੱਚ ਜਾਲਾ ਨਹੀਂ ਪੈਂਦਾ। ਉਹਨੂੰ ਅੱਜ ਤੱਕ ਕਿਸੇ ਨੇ ਅਪਵਿੱਤਰ ਨਹੀਂ ਕੀਤਾ। ਇਸੇ ਤਰ੍ਹਾਂ ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਨੇੜੇ ਭਾਵੇਂ ਪਾਪੀ ਲੋਕਾਂ ਦੀਆਂ ਭੀੜਾਂ ਲੱਗ ਜਾਣ, ਮਹਾਤਮਾ ਲੋਕਾਂ ਨੂੰ ਅਪਵਿੱਤਰ ਨਹੀਂ ਕਰਦੇ। ਤਾਂ ਸਤਿਗੁਰੂ ਜੀ ਨੇ ਲਿਖਿਆ, ਤਿਨ ਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਿਹੜੇ ਨਾਮ ਦੇ ਨਾਲ ਰੱਤੇ ਹੋਏ ਮਹਾਂਪੁਰਸ਼ ਹੈ, ਉਹਨਾਂ ਦੀਆਂ ਖਾਧੀਆਂ ਪੀਦੀਆਂ ਚੀਜ਼ਾਂ ਉਹ ਸਭ ਪਵਿੱਤਰ ਹੈ, ਉਹਨਾਂ ਦੇ ਨਾਲ ਲੱਗ ਕੇ ਪਵਿੱਤਰ ਹੋ ਜਾਂਦੀਆਂ। ਤਿਨ ਕੇ ਘਰ ਮੰਦਰ ਸਰਾਏ ਸਭ ਪਵਿੱਤ ਹੈ, ਜਿੱਥੇ ਰਹਿੰਦੇ ਆ ਉਹਨਾਂ ਦੇ ਘਰ ਸਰਾਵਾਂ ਸਭ ਪਵਿੱਤਰ ਹੈ। ਜਿਨੀ ਸਿੱਖ ਸੰਤ ਅਭਿਆਗਤ ਜਾਏ ਬਰਸਾਤੇ, ਜਿਨ੍ਹਾਂ ਘਰਾਂ ਵਿੱਚ ਸਾਧੂ ਮਹਾਤਮਾ ਜਾ ਕੇ ਅਭਿਆਗਤ ਜਾ ਕੇ ਰਹਿੰਦੇ ਆ, ਉਹ ਵੀ ਪਵਿੱਤਰ ਹੈ। ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨੀ ਸਿੱਖ ਸੰਤ ਸਾਧ ਚੜ੍ਹ ਜਾਤੇ,
ਉਹਨਾਂ ਦੇ ਘੋੜੇ, ਘੋੜਿਆਂ ਦੀਆਂ ਕਾਠੀਆਂ, ਸਾਰਾ ਕੁਝ ਪਵਿੱਤਰ ਹੈ। ਜਿਨ੍ਹਾਂ 'ਤੇ ਸਾਧੂ ਮਹਾਤਮਾ ਚੜ੍ਹ ਜਾਂਦੇ ਆ। ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ, ਉਹਨਾਂ ਦੇ ਕੀਤੇ ਹੋਏ ਕਰਮ ਧਰਮ, ਜੋ ਕੀਤੇ ਹੋਏ ਕਾਰਜ ਨੇ, ਸਾਰੇ ਪਵਿੱਤਰ ਨੇ। ਇਸ ਕਰਕੇ ਪਵਿੱਤਰ ਸਰੀਰ ਪਵਿੱਤਰ ਬਣਾਉਣਾ ਹੈ ਤਾਂ ਉਹਦੇ ਵਿੱਚੋਂ ਗੰਦਗੀ ਕੱਢਣੀ ਪਵੇਗੀ। ਜਿਹੜੇ ਔਗਣ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਉਹ ਕੱਢਣੇ ਪੈਣਗੇ। ਜਿੰਨਾ ਚਿਰ ਉਹ ਔਗਣ ਨੇ ਉਨਾ ਚਿਰ ਮਨੁੱਖ, ਜਿੱਦਾਂ ਇੱਕ ਇਸਤਰੀ ਵਿੱਚ ਔਗਣ ਹੋਣ ਪਤੀ ਨੂੰ ਚੰਗੀ ਨਹੀਂ ਲੱਗਦੀ, ਅਤੇ ਜਿੰਨਾ ਚਿਰ ਉਹ ਔਗਣ ਕੱਢਦੀ ਨਹੀਂ ਤਾਂ ਪਤੀ ਨੂੰ ਚੰਗੀ ਲੱਗਣੀ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਵਿੱਤਰ ਗਿਆਨ ਬਖਸ਼ਿਆ ਹੈ ਕਿ ਇਹਨਾਂ ਔਗਣਾਂ ਕਰਕੇ ਜੀਵ ਨੂੰ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਇਹਦੇ ਸਾਹਮਣੇ ਨਹੀਂ ਪਰਮੇਸ਼ਰ ਆਉਂਦਾ, ਹੈ ਨਾਲ ਹੀ ਹੈ, ਅੰਗ ਸੰਗ ਹੈ, ਸੰਗ ਸਹਾਈ ਪਾਇਆ, ਹਰ ਵੇਲੇ ਜੀਵ ਦੇ ਨਾਲ ਹੈ। ਮਹਾਂਪੁਰਸ਼ ਕਹਿੰਦੇ ਇੱਕ ਸਿਰਫ ਤਿਤਲੀ ਦੇ ਪੜਦੇ ਜਿੰਨਾ ਹੀ ਪੜਦਾ ਹੈ, ਬਹੁਤਾ ਵੱਡਾ ਪੜਦਾ ਨਹੀਂ, ਪਰਮੇਸ਼ਰ ਨਾਲ ਹੀ ਹੈ, ਦਿਸਦਾ ਨਹੀਂ ਹੈ। ਕਿਉਂ ਨਹੀਂ ਦਿਸਦਾ? ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹੋ, ਉਹਦੇ ਵਿੱਚ ਸਤਿਗੁਰੂ ਜੀ ਨੇ ਔਗਣ ਦੱਸੇ ਆ। ਉਹ ਔਗਣ ਜਿੱਦਾਂ ਚਿਰ ਮਨੁੱਖ ਦੇ ਦੂਰ ਨਹੀਂ ਹੁੰਦੇ, ਜੀਵ ਹੈ। ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ, ਇਨੀ ਬਾਤੀ ਸੋ ਪਾਈਏ ਨਾਹੀਂ ਪਈ ਕਾਮਣੇ ਆਣੀ। ਗੁਰਦੁਆਰਿਆਂ 'ਚ ਬੜੇ ਸੇਵਾ ਕਰਦੇ ਆ, ਬਹੁਤ ਸਾਰੇ ਕੀਰਤਨ ਕਰਦੇ ਆ, ਕਥਾ ਕਰਦੇ ਆ। ਤੁਹਾਨੂੰ ਧਾਰਮਿਕ ਪੱਖ ਵਿੱਚ ਬੜੇ ਲੋਕ ਦਿਸਣਗੇ ਸੇਵਾ ਕਰਦੇ, ਜਿਹਦੇ ਅੰਦਰ ਮਤਲਬ ਪ੍ਰਸਤੀ ਹੈ, ਆਪਣੇ ਮਤਲਬ ਵਾਸਤੇ ਹੈ, ਕੋਈ ਨਾ ਕੋਈ ਅੰਦਰ ਗੱਲ ਛਿਪੀ ਹੋਈ ਹੈ। ਉਹ ਸਮਝ ਲਓ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਣਾ। ਉਹ ਕੇਵਲ ਭਾਵਨਾ ਅੰਦਰ ਹੋਰ ਹੈ, ਦੇਖਣ ਵਾਸਤੇ ਗੱਲ ਹੋਰ ਹੈ। ਅੰਦਰੋਂ ਭਾਵਨਾ ਰੱਖੀ ਹੋਈ ਹੈ, ਕੋਈ ਕਿਸੇ ਦਾ ਕੋਈ ਕਸ਼ਟ ਹੈ, ਕੋਈ ਦੁੱਖ ਹੈ, ਕੋਈ ਕਿਸੇ ਦੀ ਅਰਦਾਸ ਹੈ। ਉਹ ਗੁਰੂ ਘਰ ਵਿੱਚ ਬੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਲੱਭ ਤੋਂ ਬਿਨਾਂ ਬਹੁਤ ਘੱਟ ਮਿਲਣਗੇ। ਲੱਭ ਕਹਿੰਦੇ ਆਪਣੇ ਵਾਸਤੇ ਮਤਲਬ ਪ੍ਰਸਤੀ। ਇਹ ਮੈਨੂੰ ਮਤਲਬ ਹੈ ਤਾਂ ਗੁਰਦੁਆਰੇ ਜਾਣਾ, ਨਹੀਂ ਤਾਂ ਨਹੀਂ ਜਾਣਾ। ਮਤਲਬ ਹੈ ਤਾਂ ਗੁਰੂ ਅੱਗੇ ਜਾਣਾ, ਨਹੀਂ ਤਾਂ ਨਹੀਂ ਜਾਣਾ। ਲੱਭ ਦੂਜਾ ਨੰਬਰ ਹੈ ਲੋਭ। ਲੋਭ ਹੁੰਦਾ ਪਰਿਵਾਰ ਵਾਸਤੇ, ਪਰਿਵਾਰ ਨੂੰ ਦੇਣਾ। ਜਿਹੜੀ ਇਸਤਰੀ ਪਤੀ ਤੋਂ ਚੋਰੀ ਪਰਿਵਾਰ ਨੂੰ ਦੇਣ ਲੱਗ ਪਏ, ਪਿੱਛੇ ਪਤੀ ਨੂੰ ਚੰਗੀ ਨਹੀਂ ਲੱਗਦੀ। ਲੱਭ ਤੇ ਲੋਭ ਜਿਸ ਇਸਤਰੀ ਵਿੱਚ ਦੋਏ ਹੋਣ, ਪਤੀ ਨੂੰ ਚੰਗੀ ਨਹੀਂ ਲੱਗਦੀ। ਹੰਕਾਰ ਕੀ ਮਾਤੀ, ਹੰਕਾਰ ਹੁੰਦਾ ਕਿਸੇ ਨੂੰ ਪੜ੍ਹਾਈ ਦਾ ਹੰਕਾਰ ਹੈ, ਕਿਸੇ ਨੂੰ ਧਨ ਦਾ ਹੰਕਾਰ ਹੈ, ਕਿਸੇ ਨੂੰ ਜੋਬਨ ਦਾ ਹੰਕਾਰ ਹੈ, ਕਿਸੇ ਨੂੰ ਸੁਹੱਪਣ ਦਾ ਹੰਕਾਰ ਹੈ, ਕਿਸੇ ਨੂੰ ਧਨ ਜ਼ਮੀਨ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਰਾਜਨੀਤਿਕ ਪ੍ਰਭਤਾ ਕਿਸੇ ਕੋਲ ਹੈ ਤੇ ਉਹਦਾ ਹੰਕਾਰ ਹੈ। ਰੱਬ ਲੋਭ ਹੰਕਾਰ ਕੀ ਮਾਤੀ, ਜਿਹਦੇ ਅੰਦਰ ਕੋਈ ਨਾ ਕੋਈ ਹੰਕਾਰ ਦੀ ਅੰਸ਼ ਛਿਪੀ ਹੋਈ ਆ। ਵੱਡਾ ਬਣ ਕੇ ਗੁਰੂ ਘਰ ਵਿੱਚ ਗਿਆ, ਮੈਨੂੰ ਸਰੋਪਾ ਮਿਲੇ, ਮੈਨੂੰ ਸਤਿਕਾਰ ਮਿਲੇ, ਉਹਦੇ ਅੰਦਰ ਵੀ ਗੱਲ ਹੈ। ਉਹ ਵੀ ਪਰਮੇਸ਼ਰ ਨੂੰ ਚੰਗਾ ਨਹੀਂ ਲੱਗੂਗਾ। ਗੁਰੂ ਘਰ ਵਿੱਚ ਨੀਵਾਂ ਹੋ ਕੇ ਆਵੇ, ਨੀਵੇਂ ਮਨੁੱਖ ਨੂੰ ਪ੍ਰਾਪਤੀ ਹੈ। ਜਿਹੜਾ ਮਨੁੱਖ ਵੱਡਾ ਬਣ ਕੇ ਆਉਂਦਾ ਉਹਨੂੰ ਕੁਛ ਨਹੀਂ ਮਿਲਦਾ। ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ। ਸੰਸਾਰ ਜਿੱਦਾਂ ਤੁਰਦਾ ਉਹਦੇ ਨਾਲ ਹੀ ਤੁਰਨਾ, ਮਰਜ਼ਾਦਾ ਭੰਗ ਕਰ ਦੇਣੀ। ਆਹ ਦੇਖੋ ਸਾਰੇ ਅਸਥਾਨਾਂ 'ਤੇ ਮਰਜ਼ਾਦਾ, ਗੁਰਦੁਆਰਿਆਂ 'ਚ ਕੁਰਸੀਆਂ ਡਾਹਤੀਆਂ। ਇਹ ਮਾਇਆ ਮਾਹੇ ਸਮਾਣੀ ਨਹੀਂ ਤਾਂ ਹੋਰ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀਆਂ ਡਾਹ ਕੇ ਬਹਿ ਜਾਣਾ। ਪਹਿਲਾਂ ਵੀ ਤਾਂ ਦੁਨੀਆ ਦੇ ਗੋਡੇ ਦੁਖਦੇ ਹੀ ਸੀ, ਅੱਗੇ ਕਿਹੜਾ ਗੋਡੇ ਦੁਖਦੇ ਨਹੀਂ ਸੀ। ਬਹੁਤ ਸਾਰੇ ਕਹਿੰਦੇ ਜੀ ਗੋਡੇ ਦੁਖਦੇ, ਭਾਈ ਬਾਹਰ ਬਹਿ ਜਾਓ। ਅੱਗੇ ਦੁੱਖਾਂ ਦੇ ਮਾਰੇ ਆ ਤੁਸੀਂ, ਗੁਰੂ ਦੇ ਸਾਹਮਣੇ ਆ ਕੇ ਕੁਰਸੀ 'ਤੇ ਸੰਗਤ ਨਾਲ ਉੱਚੇ ਹੋ ਕੇ ਬਹਿੰਦੇ ਆ। ਸੰਗਤ ਨਾਲ ਉੱਚਾ ਹੋ ਕੇ ਬਹਿਣਾ ਤਾਂ ਹੋਰ ਵੀ ਮਾੜਾ। ਸੰਗਤ ਵਿੱਚ ਆ ਕੇ ਬਖਸ਼ਿਆ ਜਾਂਦਾ, ਸੰਗਤ ਨੂੰ ਉੱਚਾ ਹੋ ਕੇ ਬਖਸ਼ਿਆ ਨਹੀਂ ਕਦੀ ਵੀ ਜਾਂਦਾ। ਇਹਨੂੰ ਕਹਿੰਦੇ ਮਾਇਆ ਮਾਹੇ ਸਮਾਣੀ। ਜਿੱਦਾਂ ਸੰਸਾਰ ਤੁਰਿਆ ਤਾਂ ਅਸੀਂ ਵੀ ਦੇਖ ਕੇ ਪਾ ਲਈਆਂ। ਜਦੋਂ ਮਾੜੀਆਂ ਪੈਂਟਾਂ ਸੀ ਪਾਟੀਆਂ ਤਾਂ ਚੰਗੀਆਂ ਲੱਭਦੇ ਸੀ, ਜਦੋਂ ਚੰਗੀਆਂ ਆ ਗਈਆਂ ਤਾਂ ਪਾਟੀਆਂ ਪਾ ਕੇ ਘੁੰਮਣ ਲੱਗ ਗਏ। ਇਹਨੂੰ ਕਹਿੰਦੇ ਮਾਇਆ ਮਾਹੇ ਸਮਾਣੀ। ਜਿੱਦਾਂ ਸੰਸਾਰ ਦਾ ਵਿਹਾਰ ਹੈ ਉਹਦੇ ਨਾਲ ਰਲ ਕੇ ਤੁਰਨਾ, ਧਾਰਮਿਕ ਪੱਖ ਨੂੰ ਛੱਡ ਦੇਣਾ, ਧਾਰਮਿਕ ਪੱਖ ਡਾਊਨ ਕਰ ਦੇਣਾ, ਉਹਨੂੰ ਮਰਜ਼ਾਦਾ ਭੰਗ ਕਰ ਦੇਣੀ। ਉਹਨੂੰ ਕਹਿੰਦੇ ਮਾਇਆ ਮਾਹੇ ਸਮਾਣੀ। ਇਨੀ ਬਾਤੀ ਸੋ ਪਾਈਏ ਨਾਹੀਂ ਪਈ ਕਾਮਣ ਇਆਣੀ। ਕਹਿੰਦੇ ਅਕਲ ਹੈ ਨਹੀਂ, ਉਹ ਇਸਤਰੀ ਨਿਆਣੀ ਹੈ, ਉਹਨੂੰ ਮੱਤ ਨਹੀਂ ਹੈ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹਨੂੰ ਗੁਰੂ ਦੀ ਮੱਤ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਹੈ ਜਾਂ ਵੇਦਾਂ ਸ਼ਾਸਤਰਾਂ ਵਿੱਚ ਮੱਤ ਹੈ, ਜਿਹਨੂੰ ਗੁਰੂ ਦੀ ਮੱਤ ਨਹੀਂ ਹੈ, ਉਹ ਸਮਝ ਲਓ ਭਾਵੇਂ ਜਿੱਡਾ ਮਰਜ਼ੀ ਸਿਆਣਾ ਹੈ, ਉਹ ਕਹਿੰਦੇ ਨਿਆਣੇ ਦੀ ਗਿਣਤੀ ਵਿੱਚ ਹੈ। ਸਿਆਣੇ ਦੱਸੇ ਨੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਰਾਮਦਾਸ ਮਹਾਰਾਜ ਨੇ ਪਵਿੱਤਰ ਬਚਨ ਕੀਤਾ ਹੈ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਉ ਨਾਹੀਂ, ਹਰ ਮਾਣ ਨ ਮਾਣੇ।
ਕਹਿੰਦੇ ਭਾਈ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਰਤੇ ਹੋਏ ਸਿਆਣੇ ਪੁਰਖ ਤਾਂ ਉਹ ਹੈ ਜਿਨ੍ਹਾਂ ਨੂੰ ਪਤਾ ਮੈਂ ਅੱਗੇ ਕਿੱਥੇ ਜਾਣਾ, ਮੈਂ ਕੀ ਕਰਨਾ ਸੀ, ਮੇਰੇ ਕਰਨ ਯੋਗ ਕੰਮ ਕੀ ਸੀ। ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਈ ਗੋ ਫੇਰਾ। ਜਿਸ ਕੰਮ ਨੂੰ ਆਏ ਸੀ, ਬਿਹਾਜਣ ਆਏ ਸੀ, ਉਹ ਕਰਮ ਕਰਨਾ, ਇਹ ਇੱਕ ਸਿਆਣਪ ਦੀ ਗੱਲ ਹੈ। ਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਨੂੰ ਸਮਝਾਇਆ, ਭਾਈ ਇਹ ਔਗਣ ਨਾ ਦੂਰ ਕਰ ਲਓ, ਜਿਹਦੇ ਅੰਦਰ ਇਹ ਔਗਣ ਹੈ। ਗੁਰੂ ਦੀ ਸੇਵਾ ਕਰਨੀ ਹੈ, ਨਿਮਰਤਾ ਨਾਲ ਕਰਨੀ ਹੈ, ਨੀਵੇਂ ਹੋ ਕੇ ਵੱਡੇ ਹੋ ਕੇ ਨਹੀਂ ਆਉਣਾ। ਅਤੇ ਇੱਕ ਆਪਣੇ ਮਤਲਬ ਵਾਸਤੇ ਨਹੀਂ ਵੀ ਮੇਰਾ ਮਤਲਬ ਸਰ ਜਾਵੇ, ਮੇਰਾ ਕਾਰਜ ਹੋ ਜਾਵੇ ਤਾਂ ਮੈਂ ਗੁਰੂ ਦੇ ਘਰ ਜਾਣਾ, ਮੇਰੇ ਆਹ ਕੰਮ ਹੋ ਜਾਵੇ ਤਾਂ ਮੈਂ 40 ਦਿਨ ਲਾਊਂਗਾ। ਇਹਨੂੰ ਕਹਿੰਦੇ ਲੱਭ। ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ, ਇਨੀ ਬਾਤੀ ਸੋ ਪਾਈਏ ਨਹੀਂ ਭਈ ਕਾਮਣੇ ਆਣੀ। ਜਾਏ ਪੁੱਛੋ ਸੁਹਾਗਣੀ ਵਾਹੇ ਕਿਨੀ ਬਾਤੀ ਸੋ ਪਾਈਏ। ਸੁਹਾਗਣੀ ਨੂੰ ਮਿਲੋ, ਜਿਹਨੂੰ ਭਾਈ ਪਤੀ ਮਿਲਿਆ ਹੋਇਆ, ਉਹਨੂੰ ਪੁੱਛੋ ਤੈਨੂੰ ਪਤੀ ਕਿੱਦਾਂ ਪ੍ਰਾਪਤ ਹੋਇਆ, ਉਹ ਦੱਸੂਗੀ। ਕਹਿੰਦੀ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ। 100 ਨਜ਼ਰ ਕਰ ਦੇਖੇ 100 ਦਿਨ ਲੇਖੇ, ਕਾਮਣ 9 ਨਿਦ ਪਾਈ। ਆਪਣੇ ਕੰਤ ਪਿਆਰੀ ਸਾਹ ਸੁਹਾਗਣ ਨਾਨਕ ਸੱਸ ਪਰਾਈ। ਜਿਹੜੇ ਆਪਣੇ ਪਤੀ ਨੂੰ ਪਿਆਰੀ ਆ ਉਹ ਸੁਹਾਗਣ ਹੈ। ਜਿਹਦੀ ਬਣਦੀ ਨਹੀਂ ਹੈ ਭਾਵੇਂ ਨਾਲੇ ਤੁਰੀ ਰਹੇ, ਉਹ ਸੁਹਾਗਣ ਦੀ ਗਿਣਤੀ ਵਿੱਚ ਨਹੀਂ ਹੈ। ਜਿਨ੍ਹਾਂ ਦੀ ਬਣਦੀ ਆ ਉਹਦੇ ਆ ਗੁਣ ਲਿਖੇ। ਇਹ ਗੁਣ ਜਿਹਦੇ ਵਿੱਚ ਔਗਣ ਹੈ, ਇਹ ਜਿਹਦੇ ਵਿੱਚ ਔਗਣ ਹੈ ਉਹਦੀ ਬਣਦੀ ਨਹੀਂ ਹੈ। ਜਿਹਦੇ ਵਿੱਚ ਇਹ ਔਗਣ ਨਹੀਂ ਉਹਦੀ ਬਣਦੀ ਹੈ, ਉਹ ਪਤੀ ਦੇ ਨਾਲ ਬੈਠੀ ਹੈ। ਉਹ ਦੱਸੂਗੀ ਕਿੱਦਾਂ ਪਤੀ ਪ੍ਰਾਪਤ ਹੋਇਆ। ਉਹ ਸ਼ੇਖ ਫਰੀਦ ਵਰਗੇ ਇਸ ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ। ਇੱਥੇ ਵੱਡੇ ਵੱਡੇ ਮਹਾਂਪੁਰਸ਼ ਹੋਏ ਆ ਦੁਆਬੇ ਦੀ ਧਰਤੀ 'ਤੇ। ਹੁਸ਼ਿਆਰਪੁਰ ਦੇ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬੜਾ ਵੱਡਾ ਮਾਣ ਹੈ। ਜਦੋਂ ਅੰਗਰੇਜ਼ ਆਇਆ ਤਾਂ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਨ। ਔਰ ਬਬਰ ਲਹਿਰ ਉੱਠੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਉੱਠੀ ਹੈ। ਸਭ ਤੋਂ ਜ਼ਿਆਦਾ ਸਾਧੂ ਮਹਾਤਮਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਏ ਆ। ਸਾਰੇ ਪੰਜਾਬ ਤੋਂ ਮਾਲਪੁਰ ਤੋਂ ਲੈ ਕੇ ਇਹ ਹੁਸ਼ਿਆਰਪੁਰ ਦੀ ਧਰਤੀ, ਇਹ ਸਾਰੀ ਪਹਾੜੀ ਨਦੀਆਂ ਨਾਲੇ ਸਨ, ਜੰਗਲ ਦਾ ਏਰੀਆ ਸੀ। ਮਹਾਤਮਾ ਲੋਕ ਇੱਥੇ ਬੰਦਗੀ ਬਾਨ ਪੁਰਖ ਬਹੁਤ ਹੋਏ ਆ। ਇਸ ਕਰਕੇ ਪਵਿੱਤਰ ਧਰਤੀ 'ਤੇ ਬਾਬਾ ਸ਼ੇਖ ਫਰੀਦ ਜੀ ਵਰਗੇ 36 ਵਰਸਾਂ ਪੁੱਠੇ ਲਟ ਕੇ ਹੁਸ਼ਿਆਰਪੁਰ ਦੀ ਧਰਤੀ 'ਤੇ ਮਰ ਜਾਓ ਚਿੜੀਓ ਉੜ ਜਾਓ ਚਿੜੀਓ। ਦੇਖੋ ਅਵਸਥਾ ਪ੍ਰਾਪਤ ਹੋ ਗਈ ਹੈ, ਪ੍ਰਵਾਨਗੀ ਨਹੀਂ ਹੋਈ। ਚਿੜੀਆਂ ਮਰ ਵੀ ਗਈਆਂ, ਉੜ ਵੀ ਗਈਆਂ, ਪ੍ਰਵਾਨਗੀ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਹੋਈ। ਉਸ ਪ੍ਰਵਾਨਗੀ ਨੂੰ ਕਰਾਉਣ ਵਾਸਤੇ ਪ੍ਰਵਾਨ ਉਹ ਪੁਰਖ ਕਰਦਾ ਜਿਹੜਾ ਆਪ ਪ੍ਰਵਾਨ ਹੋਇਆ ਹੁੰਦਾ। ਜਿਹੜਾ ਆਪ ਪ੍ਰਵਾਨ ਨਹੀਂ, ਦੂਜਿਆਂ ਨੂੰ ਪ੍ਰਵਾਨ ਕਰਨ ਦੇ ਸਮਰੱਥ ਨਹੀਂ। ਤਾਂ ਸ਼ੇਖ ਫਰੀਦ ਨੂੰ ਇੱਕ ਲੜਕੀ ਨੇ ਉਪਦੇਸ਼ ਕੀਤਾ, ਬਾਬਾ ਮਿਲਿਆ ਹੋਇਆਂ ਨੂੰ ਮਿਲ, ਉਹ ਤੇਰਾ ਮਿਲਾਪ ਕਰਾਉਂਦੇ ਆ। ਕਦੀ ਵਿਚੋਲਾ ਜਿਹੜਾ ਇੱਕ ਪਾਸੇ ਨੂੰ ਜਾਣਦਾ ਉਹ ਨਹੀਂ ਕਦੀ ਬਣਦਾ। ਵਿਚੋਲਾ ਦੋਹਾਂ ਪਾਸਿਆਂ ਨੂੰ ਜਾਣਦਾ ਹੋਵੇ ਤਾਂ ਰਿਸ਼ਤਾ ਹੁੰਦਾ, ਨਹੀਂ ਤਾਂ ਹੁੰਦਾ ਨਹੀਂ ਹੈ। ਮਹਾਂਪੁਰਸ਼ ਦੀ ਇੱਕ ਨਿਸ਼ਾਨੀ ਹੈ, ਉਹ ਪਰਮੇਸ਼ਰ ਨੂੰ ਵੀ ਜਾਣਦਾ ਅਤੇ ਜੀਵ ਨੂੰ ਵੀ ਜਾਣਦਾ। ਉਹ ਚੱਕ ਕੇ ਜੀਵ ਦੇ ਜਦੋਂ ਔਗਣ ਨਿਕਲ ਜਾਂਦੇ ਆ, ਉਹ ਚੱਕ ਕੇ ਜਿੱਦਾਂ ਕਮਰੇ ਵਿੱਚ ਫਿਟਿੰਗ ਕਰ ਦਈਏ, ਫਿਟਿੰਗ ਕਰਨ ਨੂੰ ਦੇਰ ਲੱਗ ਜਾਂਦੀ ਹੈ, ਉਹਨੂੰ ਪਾਸ ਕਰਨ ਵਾਲੇ ਆਉਂਦੇ ਆ। ਜੇ ਤਾਰਾਂ ਨੰਗੀਆਂ ਨੁੰਗੀਆਂ ਹੋਣ ਤਾਂ ਫਿਰ ਕਨੈਕਸ਼ਨ ਨਹੀਂ ਦਿੰਦੇ, ਕੋਈ ਬੰਦਾ ਨਾ ਮਰ ਜਾਵੇ। ਜੇ ਕਨੈਕਸ਼ਨ ਉਹਦੇ ਵਿੱਚ ਤਾਰਾਂ ਤੂਰਾਂ ਪਾਸ ਕਰ ਜਾਵੇ ਪਾਸ ਕਰਨੇ ਵਾਲਾ, ਤਾਂ ਫਿਰ ਕਨੈਕਸ਼ਨ ਵਾਲੇ ਦਾ ਬਹੁਤਾ ਕੰਮ ਨਹੀਂ ਹੁੰਦਾ। 2 ਤਾਰਾਂ ਹੀ ਜੋੜਦਾ, ਅੰਦਰ ਪ੍ਰਕਾਸ਼ ਹੋ ਜਾਂਦਾ। ਇੱਕ ਫਿਟਿੰਗ ਕਰਨੀ ਔਖੀ ਹੈ। ਫਿਟਿੰਗ ਕਰਨੀ ਹੈ ਜਿੱਦਾਂ ਅੱਖਾਂ ਹੈ, ਨੱਕ ਹੈ, ਕੰਨ ਹੈ, ਇਹਨਾਂ ਦੀ ਫਿਟਿੰਗ ਵਿੱਚ ਨੁਕਸ ਹੈ। ਅੱਖਾਂ ਗੰਦਾ ਮੰਦਾ ਦੇਖਦੀਆਂ, ਕੰਨ ਨਿੰਦਿਆ ਚੁਗਲੀ ਸੁਣ ਕੇ ਖੁਸ਼ ਹੁੰਦੇ ਹੈ, ਜੀਭ ਨਿੰਦਿਆ ਚੁਗਲੀ ਕਰਦੀ ਹੈ। ਇਹ ਰਸ ਆਉਂਦਾ ਹੈ। ਜਿੰਨਾ ਚਿਰ ਇਹਨਾਂ ਚੀਜ਼ਾਂ ਦਾ ਰਸ ਹੈ, ਸਮਝ ਲਓ ਇਹ ਫਿਟਿੰਗ ਵਿੱਚ ਨੁਕਸ ਹੈ। ਇਹਨੇ ਪ੍ਰਕਾਸ਼ਬਾਨ ਇਹਨੂੰ ਕਨੈਕਸ਼ਨ ਦੇ ਵੀ ਦਿੱਤਾ ਅਤੇ ਪ੍ਰਕਾਸ਼ਬਾਨ ਇਹਨੇ ਹੋਣਾ ਨਹੀਂ, ਕਿਉਂਕਿ ਤਾਰਾਂ ਨਹੀਂ ਜੁੜੀਆਂ ਹੋਈਆਂ, ਉਹਦੇ ਵਿੱਚ ਕਮੀ ਹੈ। ਇਸ ਕਰਕੇ ਜਿਹੜੇ ਆਪ ਮਹਾਂਪੁਰਸ਼ ਪ੍ਰਵਾਨ ਹੁੰਦੇ ਆ, ਉਹ ਪ੍ਰਵਾਨ ਕਰਾਉਣ ਦੇ ਸਮਰੱਥ ਹੁੰਦੇ ਆ ਦੂਜਿਆਂ ਨੂੰ। ਕੇਵਲ ਦਸਤਖਤ ਕਰਨ ਹੁੰਦੇ ਆ। ਇੱਕ ਜਿੱਦਾਂ ਵੈਸੀ ਵਿੱਚ ਸਾਰੇ ਡਾਕੂਮੈਂਟ ਦੇਖ ਕੇ ਉਹ ਵੈਸੀ ਵਾਲਾ ਦੂਜੇ ਮੁਲਕ ਦਾ ਵੀਜ਼ਾ ਦੇ ਦਿੰਦਾ। ਉੱਥੇ ਉਹੀ ਮਨੁੱਖ ਪ੍ਰਵੇਸ਼ ਕਰਦਾ ਜਿਹਦੇ ਪਾਸ ਹੋ ਜਾਂਦਾ, ਜਿਹਦੇ ਡਾਕੂਮੈਂਟ ਸਹੀ ਹੁੰਦੇ ਆ। ਜਿਹਦੇ ਸਹੀ ਨਹੀਂ ਹੁੰਦੇ ਉਹਨੂੰ ਵੀਜ਼ਾ ਨਹੀਂ ਦਿੰਦਾ। ਇਸੇ ਤਰ੍ਹਾਂ ਸੱਚਖੰਡ ਦਾ ਹੈ, ਜਿਹੜੇ ਮਹਾਤਮਾ ਲੋਕ ਉਹਨਾਂ ਨੂੰ ਵੀਜ਼ਾ ਦਿੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਜਿਹਦੇ ਡਾਕੂਮੈਂਟ ਪੂਰੇ ਹੋ ਜਾਂਦੇ ਆ, ਕੋਈ ਔਗਣ ਨਹੀਂ ਹੁੰਦਾ, ਉਹਨਾਂ ਨੂੰ ਪ੍ਰਵਾਨ ਕਰ ਦਿੰਦੇ ਆ। ਪ੍ਰਵਾਨ ਪੁਰਖਾਂ ਦੀ ਸੰਗਤ ਕਰਕੇ ਹੀ ਮਨੁੱਖ ਪ੍ਰਵਾਨ ਹੈ। ਜਿਹੜੇ ਪ੍ਰਵਾਨ ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪ੍ਰਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵਹਿ ਮਾਣ।
ਜਿਹੜੇ ਆਪਣੀਆਂ ਕੁਲਾਂ ਦਾ ਆਧਾਰ ਵੀ ਕਰ ਗਏ ਤੇ ਦਰਗਾਹ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਹੋਇਆ। ਇਹ ਪ੍ਰਵਾਨ ਪੁਰਖਾਂ ਦੀ ਨਿਸ਼ਾਨੀ ਹੈ। ਸੋ ਮਹਾਂਪੁਰਸ਼ਾਂ ਦੀ ਸੰਗਤ ਤੁਸੀਂ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ। ਗੁਰਮੁਖੋ ਕੁਛ ਨਾ ਕੁਛ ਜਿੱਦਾਂ ਸਮਾਜ ਅੱਗੇ ਤੋਂ ਅੱਗੇ ਕਲਯੁੱਗ ਦਾ ਪ੍ਰਭਾਵ ਵੱਧਦਾ ਜਾਂਦਾ। ਕਲਯੁੱਗ ਦੇ ਪ੍ਰਭਾਵ ਦੇ ਅੰਦਰ ਆ ਕੇ ਬਹੁਤ ਮਰਜ਼ਾਦਾ ਸਾਡੀਆਂ ਸਿੱਖ ਕੌਮ ਦੀਆਂ ਵੀ, ਦੂਜਿਆਂ ਧਰਮਾਂ ਦੀ ਤਾਂ ਮੈਂ ਕਦੀ ਗੱਲ ਨਹੀਂ ਕਰਦਾ ਹੁੰਦਾ, ਕਿਉਂਕਿ ਆਪਣੇ ਧਰਮ ਦੀ ਗੱਲ ਕਰਨੀ ਚਾਹੀਦੀ ਹੈ। ਇਹਦੇ ਵਿੱਚ ਵੀ ਬਹੁਤ ਮਰਜ਼ਾਦਾ ਅੱਗੇ ਤੋਂ ਅੱਗੇ ਭੰਗ ਹੁੰਦੀਆਂ ਜਾਂਦੀਆਂ। ਅੱਗੇ ਤੋਂ ਅੱਗੇ ਤਾਂ ਸਮਾਂ ਹੀ ਐਸਾ ਆ ਜਾਊਗਾ, ਮੈਨੂੰ ਲੱਗਦਾ ਪਾਠੀ ਨਹੀਂ ਮਿਲਣੇ। ਜੇ ਕੋਈ ਮਰਗ ਦਾ ਭੋਗ ਹੋ ਗਿਆ ਤਾਂ ਪਾਠੀ ਨਹੀਂ ਲੱਭਣੇ। ਅਤੇ ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਹੁਕਮਨਾਮਾ ਲੈਣਾ ਕਿੱਥੋਂ ਆ। ਮੈਂ ਇੱਕ ਵਾਰ ਗਿਆ ਇੱਧਰ ਰੋਪੜ ਦੇ ਇਲਾਕੇ ਵਿੱਚ, ਉਹਨਾਂ ਨੇ ਹੁਕਮਨਾਮਾ ਪੜ੍ਹਿਆ। ਮੈਂ ਕਿਹਾ ਬਈ ਕਿੱਥੋਂ ਪੜ੍ਹਿਆ ਤੁਸੀਂ ਹੁਕਮਨਾਮਾ? ਉਹਨੇ ਵਿਚਾਲਿਓਂ ਦੱਸ ਦਿੱਤਾ, ਕਹਿੰਦੇ ਇੱਥੋਂ ਪੜ੍ਹਿਆ। ਮੈਂ ਕਿਹਾ ਵੀ ਕੋਈ ਵੀ ਅੱਜ ਤੱਕ ਪੰਜਾਬੀ ਦਾ ਡਾਕੂਮੈਂਟ ਹੋਵੇ, ਉਹਨੂੰ ਜਦ ਵੀ ਕਿਸੇ ਨੂੰ ਦਰਖਾਸਤ ਦੇਈਏ ਉਹ ਸਿਰੇ ਤੋਂ ਪੜ੍ਹਦਾ। ਜਦ ਵੀ ਕੋਈ ਅਫਸਰ ਪੜ੍ਹਦਾ ਜਾਂ ਜੱਜ ਪੜ੍ਹਦਾ, ਉਹ ਪੰਜਾਬੀ ਦੀ ਫਾਈਲ ਹੋਵੇ ਤਾਂ ਸਿਰੇ ਤੋਂ ਉੱਪਰੋਂ ਪੜ੍ਹੂਗਾ। ਜੇ ਇੰਗਲਿਸ਼ ਦੀ ਹੈ ਤਾਂ ਵੀ ਉੱਪਰੋਂ ਪੜ੍ਹੂਗਾ। ਤੂੰ ਅੰਗ ਚੱਕ ਦੇ ਉੱਪਰ ਤੋਂ ਸਿਹਰਾ ਖੱਬੇ ਪਾਸੇ ਸਿਰੇ ਉੱਪਰ, ਤੇ ਉੱਥੋਂ ਹੀ ਪੜ੍ਹਾਂਗੇ ਨਾ, ਵਿਚਾਲਿਓਂ ਕਿੱਦਾਂ ਪੜ੍ਹ ਲਵਾਂਗੇ? ਉਹਨੂੰ ਦੇਖ ਉੱਤੇ ਸਿਰਾ ਜਿਹੜਾ ਹੁਕਮ ਹੈ, ਉੱਥੋਂ ਜੇ ਉਹ ਪਿੱਛੋਂ ਸ਼ੁਰੂ ਹੁੰਦਾ ਤਾਂ ਉਹਨੂੰ ਪਲਟ ਕੇ ਪਿਛਲੇ ਪਾਸਿਓਂ ਸ਼ੁਰੂ ਕਰੋ। ਜੇ ਉੱਥੋਂ ਹੀ ਸ਼ੁਰੂ ਹੋ ਗਿਆ ਤਾਂ ਫਿਰ ਉੱਥੋਂ ਪੜ੍ਹ ਦਿਓ। ਵਿਚਾਲੇ ਤਾਂ ਕੋਈ ਮਰਜ਼ਾਦਾ ਨਹੀਂ ਹੈ, ਵਿਚਾਲੇ ਤਾਂ ਕੋਈ ਹੁਕਮਨਾਮੇ ਦੀ ਮਰਜ਼ਾਦਾ ਨਹੀਂ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਨਾਨਕ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ, ਇਹ ਉਹਨਾਂ ਦੀ ਮਰਜ਼ਾਦਾ ਹੈ। ਵੱਡੇ ਵੱਡੇ ਮਹਾਤਮਾ ਦੀ ਮਰਜ਼ਾਦਾ ਹੈ। ਹੁਕਮਨਾਮਾ ਲੈਣਾ ਕਿੱਥੋਂ ਲੈਣਾ? ਉਹ ਜਦੋਂ ਗੁਰਮੁਖਾਂ ਨੇ ਪੜ੍ਹਿਆ, ਮੈਂ ਕਿਹਾ ਤਾਂ ਹੁਕਮਨਾਮਾ ਆਉਂਦਾ ਕਦੀ ਨਹੀਂ ਹੈ। ਨਹੀਂ ਤਾਂ ਮੈਂ ਹੁਕਮਨਾਮੇ ਦੀ ਕਥਾ ਕਰਨੀ ਸੀ। ਹੁਕਮਨਾਮੇ ਤਾਂ ਮੋਦੀ ਵੀ ਕਥਾ ਕਰ ਦੇਣੀ ਸੀ। ਕੋਈ ਐਡੀ ਵੱਡੀ ਮਹਾਂਪੁਰਸ਼ਾਂ ਦੀ ਕਿਰਪਾ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੈ। ਜਿੰਨੀ ਕੁ ਮਤਬੁੱਧੀ ਉਹਨਾਂ ਨੇ ਦਿੱਤੀ ਹੁਕਮਨਾਮੀ, ਤਾਂ ਉਹਦੀ ਵੀ ਚਲੋ ਕਥਾ ਕੀਤੀ ਜਾ ਸਕਦੀ ਹੈ। ਪਰ ਜਿਹੜਾ ਹੁਕਮ ਅਸਲੀ ਹੁੰਦਾ ਉਹੀ ਹੁੰਦਾ। ਅੱਜ ਵੀ ਅਸੀਂ ਇੱਕ ਮਰਗ ਦਾ ਭੋਗ ਹੈ, ਉੱਥੇ ਹਰਖੋਵਾਲ ਪਾਠ ਰੱਖਿਆ ਸੀ। ਮਰਗ ਦੇ ਭੋਗ 'ਤੇ ਗਏ, ਸਰਜੀਤ ਸੂ ਵੀ ਨਾਲ ਹੀ ਸੀ। ਜਾਂ ਅਸੀਂ ਹੁਕਮਨਾਮਾ ਲਿਆ ਤਾਂ ਪਤਾ ਲੱਗ ਗਿਆ ਪਾਠੀ ਨੇ ਪਾਠ ਨਹੀਂ ਕੀਤਾ। ਪੈਸੇ ਲੈ ਲੈਂਦੇ, ਪਾਠ ਹੀ ਨਹੀਂ ਕਰਦੇ। ਮੈਂ ਉਹਨਾਂ ਨੂੰ ਪੁੱਛਿਆ ਵੀ ਪਾਠੀ ਨੇ? ਕਹਿੰਦੇ ਜੀ ਨਹੀਂ, ਉਹ ਦੁਬਾਰਾ ਪਾਠ ਰਖਾਇਆ ਸੀ 17 ਦਿਨਾਂ ਦੇ ਅੰਦਰ ਅੰਦਰ। ਅੱਜ ਹੁਣ ਉਹ ਜਾ ਕੇ ਉਹਦੀ ਅਰਦਾਸ ਕਰਨੀ ਹੈ। ਨਹੀਂ ਤਾਂ ਉਹਨੇ ਹੁਕਮਨਾਮਾ ਲੈ ਦੇਣਾ ਸੀ। ਘਰਦਿਆਂ ਨੂੰ ਕੀ ਪਤਾ ਸੀ ਉਹ ਕਿੱਥੇ ਗਿਆ, ਕਿੱਥੇ ਨਹੀਂ ਗਿਆ, ਮਰਿਆ ਜੀਵ ਕੌਣ ਹੈ, ਕਿੱਥੇ ਹੈ, ਇਸ ਗੱਲ ਦਾ ਕੋਈ ਗਿਆਨ ਨਹੀਂ। ਗੁਰਮੁਖੋ ਜੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਗੁਰੂ ਹੈ ਤਾਂ ਜ਼ਰੂਰ ਦੱਸੂਗਾ, ਜੇ ਹਾਜ਼ਰ ਨਹੀਂ ਫਿਰ ਨਹੀਂ ਦੱਸੂਗਾ। ਜੇ ਤਾਂ ਤੁਸੀਂ ਸਮਝ 10 ਪਾਤਸ਼ਾਹੀਆਂ ਦੇ ਸਰੂਪ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ, ਫਿਰ ਤਾਂ ਦੱਸੂਗਾ ਉਹ। ਸਾਡੇ ਨਾਲ ਤਾਂ ਵਰਤਦੀ ਆ, ਸਰਜੀਤ ਨੂੰ ਪੁੱਛ ਲਿਓ। ਗੁਰੂ ਗ੍ਰੰਥ ਸਾਹਿਬ ਦਾ ਗਿਆਨ ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਪਤਾ ਨਹੀਂ ਲੱਗਦਾ। ਮੱਥਾ ਟੇਕੀ ਜਾਂਦੇ ਆ ਗੁਰੂ ਨਾਨਕ ਦਾ ਸਰੂਪ ਮੰਨ ਕੇ, ਮੱਥਾ ਟੇਕਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਮੰਨ ਕੇ। ਜੇ ਤੁਹਾਨੂੰ ਦੱਸਿਆ ਹੀ ਨਾ ਮਹਾਰਾਜ ਜਿਹੜਾ ਮਰਿਆ ਬੰਦਾ ਕਿੱਥੇ ਗਿਆ, ਲੱਗ ਗਿਆ ਕੰਢੇ ਕਿ ਨਹੀਂ ਲੱਗਿਆ, ਤਾਂ ਫਿਰ ਗੁਰੂ ਤਾਂ ਹਾਜ਼ਰ ਤਾਂ ਨਾ ਹੋਇਆ। ਹਾਜ਼ਰ ਗੁਰੂ ਦੀ ਨਿਸ਼ਾਨੀ ਹੈ। ਇਸ ਕਰਕੇ ਗੁਰਮੁਖੋ ਇਹਦੀ ਵੀ ਮਰਜ਼ਾਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਖੰਡ ਪਾਠਾਂ ਦੀ ਮਰਜ਼ਾਦਾ ਅੱਗੇ ਤੋਂ ਅੱਗੇ ਭੰਗ ਹੋ ਗਈ ਹੈ। ਜਪਜੀ ਸਾਹਿਬ ਨਾਲ ਰੱਖਣ ਵਾਲੇ ਮਿਲਦੇ ਨਹੀਂ ਹੈ। ਕਹਿੰਦੇ ਜੀ ਮਿਲਦੇ ਹੀ ਨਹੀਂ। ਫਿਰ ਮੈਂ ਕਿਹਾ ਬਿਨਾਂ ਖੰਡ ਤੋਂ ਤਾਂ ਕੜਾਹ ਪ੍ਰਸ਼ਾਦ ਬਣਨਾ ਨਹੀਂ ਹੈ। ਚੀਜ਼ਾਂ ਤਾਂ ਬੁਰੀਆਂ ਕਰਨੀਆਂ ਪਊਗੀਆਂ ਨਾ। ਫਿਰ ਅਖੰਡ ਪਾਠ ਨਾ ਕਰਾਓ, ਫਿਰ ਸਹਿਜ ਪਾਠ ਰੱਖ ਲਓ, ਜਾਂ ਫਿਰ ਮਰਜ਼ਾਦਾ ਪੂਰੀਆਂ ਕਰੋ। ਧੂਫ ਲਾਓ, ਜੋਤ ਜਗਾਓ, ਕੁੰਭ ਰੱਖੋ, ਨਾਰੀਅਲ ਰੱਖੋ। ਇਹ ਸਾਰੀਆਂ ਚੀਜ਼ਾਂ ਰੱਖਣੀਆਂ ਪੈਣਗੀਆਂ। ਦਾਸ ਇੱਕ ਵਾਰੀ ਗਿਆ ਇੱਧਰ ਜੜਿਆਲੇ ਦੇ ਕੋਲ ਧਾਰੀਵਾਲ ਪਿੰਡ ਹੈ। ਮੈਂ ਤਾਂ ਵੈਸੇ ਹੀ ਗਿਆ ਸੀ, ਚਲੋ ਇਹਦਾ ਉਹਨਾਂ ਦੇ ਨਾਲ ਮਾੜਾ ਮੋਟਾ ਸੀ। ਉਹ ਪਾਠੀ ਸਿੰਘ ਉਹਨਾਂ ਦੇ ਆਪਣੇ ਸੀ। ਜਦੋਂ ਹੁਕਮਨਾਮਾ ਮਿਲਿਆ, ਚਲੋ ਸਾਹਿਬਾਂ ਨੇ ਨਹੀਂ ਮੰਨੇ। ਮੈਂ ਉਹਨਾਂ ਨੂੰ ਬਾਅਦ ਵਿੱਚ ਪੁੱਛਿਆ ਇਕੱਠੇ ਕਰਕੇ, ਮੈਂ ਕਿਹਾ ਭਾਈ ਤੁਸੀਂ 3 ਦਿਨ ਬਾਣੀ ਪੜ੍ਹੀ ਹੈ, ਲੰਗਰ ਵੀ ਲਾਇਆ, ਮਿਹਨਤ ਵੀ ਕੀਤੀ ਹੈ, ਕਿੱਡੀ ਤੁਸੀਂ ਖਰਚਾ ਵੀ ਕੀਤਾ ਹੈ। ਜਦੋਂ ਕੇਸ ਫੇਲ ਹੋ ਜਾਵੇ, ਦੇਖੋ ਗਲਤੀ ਕਿਹਦੇ ਵਿੱਚ ਹੈ, ਜਾਂ ਪਾਠੀਆਂ 'ਚ ਹੋਊਗੀ ਜਾਂ ਤੁਹਾਡੇ 'ਚ ਹੋਊਗੀ। ਸਾਨੂੰ ਮਹਾਂਪੁਰਸ਼ਾਂ ਨੇ ਸੋਝੀ ਦਿੱਤੀ ਹੈ, ਮੈਂ ਪਾਠੀ ਕੱਢ ਲੈਣਾ ਜਾਂ ਤੁਹਾਡੇ ਘਰ 'ਚੋਂ ਕੱਢ ਲੈਣਾ। ਬੰਦਾ ਅਸੀਂ ਗਲਤ ਕੱਢ ਲੈਣਾ, ਸਾਨੂੰ ਦੱਸਿਆ ਹੋਇਆ। ਪਾਠੀ ਖੜੇ ਕਰ ਲੈਣੇ, ਮੈਂ ਪਾਠੀ ਵਿੱਚੋਂ ਕੱਢ ਲੈਣਾ ਜਿਹਦੀ ਗਲਤੀ ਹੈ। ਹਲੇ ਉਹ ਗੱਲਾਂ ਹੀ ਕਰਦੇ ਸੀ ਤਾਂ ਇੱਕ ਮੁੰਡਾ ਸਾਡਾ ਲਿਆਇਆ ਚੱਕ ਕੇ ਕੁੰਭ, ਉਹਦੇ 'ਚ ਪਾਣੀ ਪਾਇਆ ਨਹੀਂ, ਨਾਰੀਅਲ ਉੱਤੇ ਬੰਨ੍ਹ ਕੇ ਸੁੱਕਾ ਹੀ ਕੜਾ ਰੱਖਿਆ ਹੋਇਆ। ਹਲੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਗਲਤੀ ਹੋਊਗੀ। ਉਹਨੇ ਜਿਹਨੇ ਪਾਠ ਰੱਖਿਆ ਸੀ ਉਹਨੇ ਪਾਠੀ 'ਤੇ ਥੱਪੜ ਮਾਰ ਦਿੱਤਾ। ਮੈਂ ਕਿਹਾ ਇਹ ਤਾਂ ਬਹੁਤ ਮਾੜੀ ਗੱਲ ਹੈ, ਤੁਹਾਡੀ ਵੀ ਗਲਤੀ ਹੈ। ਇਹ ਤਾਂ ਨਹੀਂ ਵੀ ਕੇਸ ਹਾਰ ਗਏ ਅੰਦਰੋਂ ਨਿਕਲ ਕੇ ਵਕੀਲ ਨੂੰ ਢਾਲੋ, ਤੁਹਾਡੇ ਕਾਗਜ਼ਾਂ ਵਿੱਚ ਵੀ ਤਾਂ ਗਲਤੀ ਹੋ ਸਕਦੀ। 100 ਰੁਪਈਆ ਰੱਖ, ਮੈਂ ਕਿਹਾ ਪਾਠੀ ਨੂੰ ਮੱਥਾ ਟੇਕ। ਉਹ ਪਾਠੀ ਇੱਕ ਸੀਗਾ ਵੀ ਬ੍ਰਾਹਮਣ ਜਾਤੀ ਦਾ ਅਤੇ ਇੱਕ ਸੀਗਾ ਪਾਠੀ। ਉਹਨੂੰ ਮੱਥਾ ਟਿਕਾਇਆ, ਮੈਂ ਕਿਹਾ ਦੁਬਾਰਾ ਪਾਠ ਰੱਖ ਲਓ, ਫੇਲ ਹੋ ਗਿਆ ਤੁਹਾਡਾ ਪਾਠ। ਇਹ ਤਾਂ ਨਹੀਂ ਬਈ ਸੰਪੂਰਨ ਭੋਗ ਪੈ ਗਿਆ ਜੀ, ਸੰਪੂਰਨ ਹੀ ਹੋ ਗਿਆ।
ਇਹ ਤਾਂ ਗੁਰੂ ਦੱਸੂਗਾ ਸੰਪੂਰਨ ਹੋਇਆ ਕਿ ਨਹੀਂ ਹੋਇਆ, ਕਿਹੜੇ ਪਾਠੀ ਦੀ ਗਲਤੀ ਹੈ, ਕਿਨ ਵਿੱਚ ਗਲਤੀ ਕੀਤੀ ਹੈ, ਕਿਨ ਬਾਣੀ ਛੱਡੀ ਹੈ। ਗਲਤੀ ਤਾਂ ਗੁਰੂ ਦੱਸੂਗਾ। ਆਪਾਂ ਕਹਿ ਦਿੰਦੇ ਮਹਾਰਾਜ ਸੰਪੂਰਨ ਭੋਗ ਪਾਏ ਗਏ, ਸੰਪੂਰਨਤਾ ਹੀ ਗੁਰੂ ਨੇ ਦੱਸਣੀ, ਬਾਅਦ ਵਿੱਚ ਉਹ ਵੀ ਜਿਹਨੂੰ ਪਤਾ ਹੋਊਗਾ ਉਹ ਦੱਸੂਗਾ। ਸੋ ਗੁਰਮੁਖੋ, ਗੁਰੂ ਗ੍ਰੰਥ बड़े बड़े महापुरख जिन्होंने गुरु ग्रंथ साहिब जी को गुरु नानक मन के गुरु नानक साहिब के दर्शन किए है। अज भी जाके देखो राजा सांसी एयरपोर्ट से संत बाबा जवंद सिंह जी जिन्होंने गुरु नानक साहिब के दर्शन होए गुरु ग्रंथ साहिब जी के पिछों, और ये बर भी सी उन्होंने गुरु नानक साहिब जी का। उन्हें कहा सी मंगो कुछ, कह लगे मैं जो महाराज कीर्तन करिया करा जिदा तुसीं हुण हाज़र बैठे ना मंजी साहब ते गुरु ग्रंथ साहिब अलोप हो गए, गुरु नानक साहिब हाज़र होकर बैठ गए। कहन लगे जी मैं जो कीर्तन करिया करा इदा थोड़े दर्शन होने चाहिए। कहते हो जाएंगे, तैनूं तो होणगे जिहड़े भावना वाले गुरमुख बिच बैठे होगे उन्होंने भी साडा बिरला बिरला झलकारा बज जाया करूगा। वो फिर जो बाबा जवंद सिंह जी कीर्तन करते हुंदे सी, सारी संगत गुरु ग्रंथ साहिब जी वालों टिक टिकी ला के बैठी हुंदी सी, कईयां नूं झलकारा बज भी जांदा सी। अज भी जिहड़े हाज़र गुरु समझ के हाज़र तो तुसीं देख लो घरां विच अखंड पाठ रखी दे, 5 बंदे गुरु ग्रंथ साहिब नूं छड्डण जाण वास्ते तैयार नहीं हुंदे। एडा वड्डा गुरु आ, कोई MLA आया होवे तो गिट्टे वढ़दे रहिंदे, जिन्ना चिर जांदा नहीं, जिन्ना चिर वो आउंदा नहीं हार लैके खड़े हुंदे उहनूं उडीकदे हुंदे आ। किसी ने गुरु ग्रंथ साहिब जी नूं उडीकिया जां बाई कोई छड्डण वास्ते गया होवे गुरु ग्रंथ साहिब जी नूं। देखो मारो निगाह, मर्यादा विच कमियां आ गईयां, गुरु दे प्रेम विच फर्क पै गया। इन्हां नूं कमियां नूं दूर करांगे तो गुरु दे नेड़े हो जावांगे, नहीं तो फिर अगे तो अगे तो थानू पता ही है जिदा का समा बीतता। सो जिन्हें भी तुसी संगत बैठी हो ध्यान रखा करो, प्रेम करके गुरु ग्रंथ साहिब जी महाराज के अखंड पाठ या सहज पाठ मर्यादा पूरी करके रखा करो। वो बाद विच पाठी सिंघां की गलती तो बाद विच पता लगूगी, घरदियां दी भी पता लग जूगी, दोनों में गलती हो सकती है। इस करके गुरु संपूर्ण भोग पैना या संपूर्ण सिरे गल लगनी, ये महापुरुषों की संगत तो बिना पता नहीं लगता। सो गुरु ग्रंथ साहिब जी विच बहुत सारे ऐसे वचन हैं, जीव ने ब्रह्म बन जाना। 4 तत्त ने शरीर विच, हरेक तत्त का अपना सुभाव है। जिदा मिट्टी का सुभाव है, मिट्टी नूं तुसीं थापड़ी ना कुट्टी जाओ धरती नूं कुट्टी जाओ, गालां तां कढ़दी नहीं। जां उहनूं लिया के चंदन की लेप करो, सगंधी दिओ, मिट्टी ना उहनूं शाबाश कहंदी है। मिट्टी का सुभाव है, ना गालां कढ़दी है, किसी नूं कुछ कहे तो ना उहनूं शाबाश दिंदी है। उहदे मत्था मुत्था टेक, जे कोई मत्था टेकण लग पवे किसी नूं उहनूं आशीर्वादां दी झड़ी ला देवे, नहीं। एक तत्त है, तत्त दा गुण है। मिट्टी का तत्त मनुख विच है, जिहदे मिट्टी के तत्त विच इह गुण है, वो ब्रह्म वाला गुण है, वो जीव ब्रह्म है। जिन्हों गालां कढ़ियां तो गुस्सा नहीं चढ़दा, उहदी उस्तत कीती ते बहुता खुशी नहीं हुंदा। उस्तत निंदिया नाहे जे कंचन लो समान। दूजा तत्त है पानी का, मिट्टी विच पानी पा के उन्होंने गुन्निया भांडा बनाता। पानी का तत्त है, पानी नूं मैल नहीं लगती, तुसीं जिन्नी मर्जी गंदगी घोल दिओ पानी मुड़ के साफ हो जाता, गंदगी सारी थल्ले बह जाती है। पानी का तत्त सारिਆਂ ਵਿੱਚ है, तुहाडे ਵਿੱਚ भी है, मेरे ਵਿੱਚ भी है। ਜਦੋਂ पानी के तत्त नूं मैल लग जाती, ਜਦੋਂ ਅਸੀਂ ਵਿਆਹ चल जाने पैलस ਵਿੱਚ ਸਾਡੇ तत्त पानी का होर हो जाता, ਜਦੋਂ गुरुद्वारे जाने फिर तत्त होर हो जाता। ਇਹਦੇ ਜਦੋਂ मैला साफ मैला हुंदा तो ਇਹਦਾ तत्त बिगड़ गया। ब्रह्म का तत्त बिगड़दा नहीं, ਜਿਹਨੂੰ ब्रह्म जांदा, जे वो किते माड़ी जगह ते गया तां भी उन्हें वो ज्ञान की गल दे नहीं। उन्हें जाके अपना सुभाव खराब नहीं करना। जिथे मर्जी मूर्खां विच भी चले जावे, निंदकां विच भी चले जावे, उत्थे साधु का सुभाव नहीं बदलदा। उहनूं कहंदे जदों पानी का तत्त नहीं, ब्रह्म ज्ञानी निर्मल ते निर्मला, जैसे मैल ना लागे जला, जिद्दां जल नूं मैल नहीं लगदी। तीजा तत्त है अग दा। अग विच भांडा रख के पकाईदा, जे मिट्टी विच कल्ला मिट्टी बुन के रख दईए तो पकदा नहीं है, उहदे विच अग पाई। फिर अग का सुभाव है, किसी की मोड़ियां मुड़दी नहीं है। जो वह सुभाव है उन्हें अपने सुभाव तो मुड़ना नहीं है। जिहड़ा बंदा किसी का मोड़िया मुड़ जाए, कोई बड़ा बंदा आ जाए माड़ी जी गल कह दे मुड़ जाए। कई तुसीं देखो मोहरे हो के लड़ते हैं, जो उन्होंने माड़ा जिहा लालच दे दे बह जाते हैं। कई लीडर मोहरे होकर लड़ते हैं, जो उन्होंने माड़ा दे देंगे बह जाते हैं। ये सुभाव जिहड़ा ब्रह्म का है वो मोड़िया मुड़दा नहीं है, भावें सारी दुनिया दूजे पासों हो जाए। जिद्दां तत्त अग दे तत्त का सुभाव है,
ब्रह्म ज्ञानी का ये है गुनाहो, ज्यों पावक का सहज सुभाओ। यदी मर्जी है, मौज है, मौज ना मुड़ जाए यदी मर्जी है। ये कदी अपनी मर्जी ना किसी के मोड़िया नहीं मुड़दी अग। चौथा तत्त है एक हवा का। हवा तुहाडे विच भी है, मेरे विच भी, हरेक जीव विच है हवा। हवा का सुभाव है ये हरेक नूं, अमीर गरीब नूं इक्को जी लगदी है। ज़्यादा असी हवा का तत्त खराब कर दिता। जदों राजा आ जाता असी खड़े हो जाते, बड़ा बंदा आ जाता असी उन्हें सरोपे देन लग जाते, जदों छोटा बंदा आउंदा उन्होंने असी पुछदे नहीं है। जिहड़ा ब्रह्म है वह तत्त जिहड़ा हवा का वो नहीं, राजे आए तो खड़ा नहीं हुंदा, गरीब आए तो कुछ उन्होंने कहता नहीं। तां सतगुरु जी ने कहा जैसे राज रंक को लागे तुल पबान, एक हवा का तत्त है। जदों साडे विच हवा के तत्त च खराबी आई ये जीव बन गया, जदों अग के तत्त च खराबी आई ये जीव बन गया, जदों मिट्टी के तत्त च खराबी आई ये जीव बन गया, जदों पानी के तत्त विच खराबी आई ये जीव बन गया। ये तत्तां दे सुभाਅ सी, जिन्हें अपने तत्तां दे सुभाਅ नूं मुड़ के उहो जिहा ही कर लिया जैसा सी, उहनूं कहंदे ब्रह्म ज्ञानी। ब्रह्म ज्ञानी की अष्टपदी सारी पढ़ के देख लो। वैसे 4 गुणे प्रमुख है ब्रह्म ज्ञानी दे, वैसे तो गुण सारी अष्टपदी है, बाकी साध की सारी अष्टपदी है। संत के गुणा नाल सारे गुरु ग्रंथ साहिब जी की बाणी भरी हुई है, गिणती नहीं की जा सकती। ये अहुदे है, सत्कारत अहुदे है। गुरमुख है, गुरमुख के अखर गुरसिख है। गुरसिख के की गुण है? गुरसिख में 4 गुण है, वो 4 अखर लगते। गुरमुख में 4 गुण है, वो 4 अखर लगते है। साध विच है, संत विच है, संत विच 2 अखर लगते हैं, वो की गुण है? मेरे को समा नहीं है, नहीं तो मैं सारियां दा कला कला भगत है। भगत में 3 गुण है, 3 अखर है, वो 3 गुण है। वो किहड़े किहड़े गुण है? प्रमुख गुण ने, उन्होंने भगत कहते। वो गुणों को कोई भी धारण कर लवे उस पदवी ते पहुँच जाता। साध ने कदी नहीं किसी ने कहा मैं संत है, मैं साध है। वो गुणों देख के, वो लक्षणों देख के दुनिया कहती है साध है, ये संत है। जिहड़ा फट्टा लिख के ला लवे अपने आप में ब्रह्म ज्ञानी या होर कोई बनिया, वो बन नहीं जाता। इन्हां अहुदियां ते कोई किंतु परंतु भी नहीं करता भी तू रब क्यों लिख लिया। भी कईयां ने अपने आप में रब लिख लिया, इन्हां ते कोई किंतु परंतु नहीं करता, पर उन्होंने कोई मनता नहीं है। एक भोरियां विच लुके होए बैठे सन, उन्हां विच गुण सन। 22 बंदे बाहर बैठे सी, 22 दे नाम नहीं कोई जानता एक बंदे तो बिना। धीरमल जी नूं जानते हैं, 21 बंदियां दे अज तक किसी इतिहासकार ने नाम नहीं लिखे। वो गुरु नानक बन के बैठे सी। एक बंदा भोरे विच बैठा सी, उहदे विच ओह गुण धारण कीते हुए सी जिहड़े गुरु वाले गुण चाहिए सी। वो दुनिया में प्रगट हो गया। अज सारी दुनिया उन्होंने अरदास में ना लेंदी है गुरु तेग बहादुर साहब जी का। ये गुणा करके दुनिया में मनुख की पूजा। जे गुण नहीं तो मनुख की जे नरादरी है, बेसत्कारी है। जे समाज में भी कई गुण है, उन्होंने करके भी समाज में कई मनुख चंगे पंचायती है, फैसले कराउंदे, उन्हों का गुण है। वो गुण करके समाज उन्होंने पूजा करता। एक समाजिक गुण है, एक धार्मिक गुण है। जिहड़े धार्मिक गुण है उन्होंने अपनी बखरी पूजा है। धार्मिक गुणों की पूजा जिहड़ी है वो कभी मुकती नहीं है। दूजी पूजा जिहड़ी है समाजिक जिहड़े गुणों की, उहदे विच कई बारी मनुख गलती कर जाए, लोग उन्होंने मंदा कहण लग जाते। जिहड़ा धार्मिक पक्ष है सही ढंग तरीके नाल, जिद्दां तुसीं साल बाद चेते करते हो महापुरखों नूं भी आम बुढ़ियां का कोई पाठ का भोग नहीं पवाउंदा, होया एक अद्धा भोग पै जाए। वो समाजिक गुण हुंदे आ उन्हां विच, धार्मिक गुण नहीं। जिन्हां विच धार्मिक है वो सदा वास्ते जीवित रह जाते हैं। नाम रहियो साधु रहियो, रहियो गुरु गोबिंद, कहो नानके जगत में किन जपियो गुरमंत। भुलां चुकां दी माफ़ी जी। इन्ने समा जिन्ना क है साथ संगत प्रवान कर लेना, क्योंकि मैनू एक जरूरी काम सी। मैं जाना तो नहीं सी, उदण असीं दिन पहला रख बैठे सी, बाद विच ये आए है। इस करके इहदा साध संगत दी माफ़ी बख्शणी, नहीं तो समा तो तुहाडा ही है। जिन्ना क तुसीं समा कहना सी कि सेहत मेरी चंगी नहीं सी, इजाजत दिंदी नहीं सी, पर मैं इन्हां नूं क्योंकि महापुरुषों का परिवार है, असीं इन्हां दा सत्कार करते हैं। क्योंकि महापुरुषों दीयां कुलां दा सत्कार है। धन धन कुल, धन धन पिता, धन धन जननी, जिन गुरु जणिया माए। वो कुलां भी धन है, वो पिता भी धन है, वो माता भी धन है। वो इन्हां दा सत्कार है, सारियां दा प्रेम रखते हैं। सो भाई सरजीत सिंह हुणी ये भी साडे अस्थान के सेवादार है, इन्हां दा भी सत्कार है। इन्ने बचन प्रवान करने। सारी संगत सत्कार सहित वाहिगुरू जी का खालसा वाहिगुरू जी।